ਢਿੱਲੋਂ ਸਾਹਿਬ ਤੁਹਾਨੂੰ ਤੇ ਸੁਰਜੀਤ ਸਿੰਘ ਜੀ ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਆਉਣ ਦਾ। ਤੇ ਹਾਂਜੀ ਬਾਈ ਸਾਹਿਬ। ਬੌਬ ਜੀ ਅੱਜ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਜਿਹੜੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਔਰ ਜਿਨ੍ਹਾਂ ਦੇ ਕੋਲ ਸਾਰਾ ਭਗਤ ਸਿੰਘ ਦਾ ਨਿੱਜੀ ਖਜ਼ਾਨਾ, ਸੀਨਾ ਬਸੀਨਾ, ਯਾਦਾਂ, ਚਿੱਠੀਆਂ, ਫੋਟੋਗ੍ਰਾਫਸ ਤੇ ਬਹੁਤ ਸਾਰਾ ਕੁਝ ਸਮਾਨ ਹੈ, ਅੱਜ ਉਹ ਸਾਡੇ ਨਾਲ ਸਾਡੀ ਬੇਨਤੀ ਨੂੰ ਇੱਥੇ ਕਬੂਲ ਕਰਕੇ ਆਏ ਹੈ। ਤੇ ਅੱਜ ਜਿਹੜਾ ਮਾਰਚ ਦਾ ਮਹੀਨਾ ਹੈ ਨਾ ਜੀ, ਇਹ 'ਚ ਦੇਸ਼ ਦੀ ਆਜ਼ਾਦੀ ਦੀ ਖਾਤਰ, ਸਮਾਜ ਦੀ ਬਿਹਤਰੀ ਦੀ ਖਾਤਰ ਜੀ ਮੈਂ ਇੱਕ ਹੋਰ ਸ਼ਹੀਦ ਨੂੰ, ਜਿਹਨੂੰ ਅਸੀਂ ਪੰਜਾਬੀ ਬੰਦੇ ਨਹੀਂ ਯਾਦ ਕਰਦੇ, ਉਹਦਾ ਵੀ ਅੱਜ ਜ਼ਿਕਰ ਕਰੂੰਗਾ ਜੀ। ਉਹਦਾ ਨਾਮ ਹੈ ਮਹਾਰਾਜਾ ਸ਼ੰਭਾ ਜੀ। ਜੀ ਇਹ ਸ਼ਿਵਾਜੀ ਮਰਾਠਾ ਦੇ ਸਪੁੱਤਰ ਸੀ ਤੇ ਸ਼ਹੀਦੀ ਇਹਨਾਂ ਦੀ 1699 'ਚ, ਮਤਲਬ ਗੁਰੂ ਤੇਗ ਬਹਾਦਰ ਸਾਹਿਬ ਤੋਂ ਜੇ ਹਿੰਦੁਸਤਾਨ ਦਾ ਵੱਡਾ ਸ਼ਹੀਦ ਹੋਇਆ ਹੈ ਤਾਂ ਉਹ ਮਹਾਰਾਜਾ ਸ਼ੰਭਾ ਜੀ ਹੋਇਆ। ਤੇ ਉਹਨਾਂ ਦੀ ਜਿਹੜੀ ਜੇ ਬਰਤਾਂਤ ਆਪਾਂ ਪੜ੍ਹੀਏ, ਆਪਾਂ ਇੱਕ ਮਿੰਟ ਹੀ ਲਵਾਂਗੇ ਜੀ ਜੀ। ਉਹਨਾਂ ਦਾ ਬਰਤਾਂਤ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਨਾਲ ਮਿਲਦਾ ਹੈ। ਵਾਹ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਕੋਈ 26 ਸਾਲ ਪਹਿਲਾਂ ਮਹਾਰਾਜਾ ਸ਼ੰਭਾ ਜੀ ਉਹਨਾਂ ਨੂੰ ਹੱਥ ਵੱਢ ਕੇ, ਅੱਖਾਂ ਕੱਢ ਕੇ, ਔਰ ਉਹਨਾਂ ਦੇ ਕੋਲ ਇੱਕੋ ਹੀ ਸ਼ਰਤ ਸੀ, ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਨਹੀਂ ਤਾਂ ਫਿਰ ਤੁਹਾਡਾ ਇਹ ਹਸ਼ਰ ਹੋਣਾ ਹੈ। ਬਿਲਕੁਲ ਸਾਵੇਂ ਮੱਥੇ ਮਰਦਾਂ ਵਾਂਗ ਸ਼ਹੀਦੀ ਹੋਈ ਸੀ। 11 ਮਾਰਚ ਦੀ ਉਹਨਾਂ ਦੀ ਸ਼ਹੀਦੀ ਹੋਈ ਸੀ। ਤੇ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਉਹਨਾਂ ਦੇ ਕਿਤੇ ਫਿਰ ਆਪਾਂ ਵੱਡੀ ਵਿਸਥਾਰ 'ਚ ਗੱਲ ਕਰਾਂਗੇ, ਕਿਉਂਕਿ 35-36 ਸਾਲ ਔਰੰਗਜ਼ੇਬ ਨੂੰ ਮਰਾਠਿਆਂ ਨੇ ਬਿਜ਼ੀ ਰੱਖਿਆ। ਉਹ ਇੱਕ ਕਿਲਾ ਛਡਾਉਂਦਾ ਸੀ, ਦੂਜਾ ਦੱਬ ਲੈਂਦੇ ਸੀ। ਉਹਨਾਂ ਨੇ ਵੀ ਆਜ਼ਾਦੀ ਦੀ ਖਾਤਰ ਬਹੁਤ ਲੜਾਈਆਂ ਲੜੀਆਂ ਜੀ। ਆਪਾਂ ਕਿਤੇ ਫਿਰ ਸਮੁੱਚੀ ਗੱਲਬਾਤ ਕਰਾਂਗੇ। ਅੱਜ ਜਿਹੜੀ ਗੱਲਬਾਤ ਹੈ ਨਾ, ਢਿੱਲੋਂ ਸਾਹਿਬ ਨੂੰ ਆਪਾਂ ਟਾਈਮ ਦੇਵਾਂਗੇ ਜੀ। ਸੋ ਸ਼ਹੀਦ ਆਜ਼ਮ ਭਗਤ ਸਿੰਘ, ਮੈਂ ਕਹਿੰਦਾ ਬਈ ਜਿਹੜਾ ਅਸੀਂ ਆਜ਼ਮ ਦਾ ਖਿਤਾਬ ਹੈ ਨਾ, ਉਹਦੇ ਪਿੱਛੇ ਕੀ ਗੱਲਾਂ ਹੁੰਦੀਆਂ, ਕਿਉਂਕਿ ਸ਼ਹੀਦਾਂ ਦੇ ਸਰਤਾਜ ਅਸੀਂ ਮੰਨਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਜੀ। ਸ਼ਹੀਦ ਤਾਂ ਉਸ ਤੋਂ ਬਾਅਦ ਵੀ ਹੋਏ ਪਰ ਸਰਤਾਜ ਨਹੀਂ ਕੋਈ ਬਣੇ ਜੀ। ਤੇ ਇਸ ਤੋਂ ਪਹਿਲਾਂ ਵੀ ਸ਼ਹੀਦ ਹੋਏ ਪਰ ਕੋਈ ਆਜ਼ਮ ਨਹੀਂ ਬਣੇ। ਢਿੱਲੋਂ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹ ਕੀ ਚੱਕਰ ਹੈ। ਹਿੰਦੁਸਤਾਨ, ਅਸੀਂ ਨਹੀਂ ਪੰਜਾਬੀ, ਸਮੁੱਚਾ ਹਿੰਦੁਸਤਾਨ, ਬੰਗਾਲ ਦੇ ਲੋਕ, ਹਿੰਦੁਸਤਾਨ ਤੋਂ ਬਾਹਰ ਦੇ ਲੋਕ ਸ਼ਹੀਦ ਭਗਤ ਸਿੰਘ ਨੂੰ ਆਜ਼ਮ ਦੂਜਿਆਂ ਨਾਲ ਵੱਡਾ ਕਿਵੇਂ ਸਾਬਤ, ਕਿਹੜੀ ਚੀਜ਼ ਹੈ ਜਿਹੜੀ ਉਹਨਾਂ 'ਚ ਛੋਟੀ, ਇੰਨੀ ਛੋਟੀ ਉਮਰ ਤੇ ਉਹਨਾਂ ਵੱਡਾ ਸ਼ਹੀਦ, ਇਸ ਤੇ ਥੋੜਾ ਜਿਹਾ ਤੁਸੀਂ ਚਾਨਣਾ ਪਾਇਓ ਢਿੱਲੋਂ ਸਾਹਿਬ ਜੀ। ਹਾਂਜੀ, ਇਹ ਮੈਂ ਗੱਲ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਇੱਕ ਪੱਥਰ ਦਿਲ ਹੁੰਦਾ, ਬੰਦਾ ਕਹਿੰਦੇ ਬੜਾ ਕਠੋਰ ਆ ਜੀ ਪੱਥਰ ਦਿਲ ਆ, ਉਹਦੇ ਜੇ ਤੁਸੀਂ ਜ਼ੋਰ ਨਾਲ ਸੱਟ ਮਾਰੋ ਪੱਥਰ ਟੁੱਟ ਸਕਦਾ ਆ ਜੀ। ਜੇ ਤੁਸੀਂ ਹੋਰ ਵੀ ਜ਼ਿਆਦਾ ਮਜ਼ਬੂਤ ਕੋਈ ਚੀਜ਼ ਇਰਾਦੇ ਵਾਲੀ ਦੇਖਣੀ ਹੋਵੇ ਤੇ ਤੁਸੀਂ ਕਹਿ ਸਕਦੇ ਸਟੀਲ ਆ, ਲੋਹਾ ਆ ਜੀ, ਬੜਾ ਸਖਤ ਹੁੰਦਾ ਆ, ਪਰ ਉਹ ਵੀ ਪਿਘਲ ਸਕਦਾ ਆ। ਪਰ ਮੈਂ ਤੁਹਾਨੂੰ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਦਾ ਅਖੀਰਲਾ ਖਤ ਫੈਮਿਲੀ ਦੇ ਕਿਸੇ ਮੈਂਬਰ ਨੂੰ ਜਿਹੜਾ ਉਹਨਾਂ ਨੇ ਲਿਖਿਆ ਸੀ, ਉਹ ਸਾਡੇ ਛੋਟੇ ਪਾਪਾ ਜੀ ਜਿਹੜੇ ਸਰਦਾਰ ਕੁਲਤਾਰ ਸਿੰਘ ਸੀਗੇ, ਉਹਨਾਂ ਨੂੰ ਲਿਖਿਆ ਸੀਗਾ। ਤੇ ਉਹਦੇ ਵਿੱਚ ਬਾਕੀ ਗੱਲ ਤਾਂ ਤੁਹਾਨੂੰ ਪਤਾ ਹੀ ਆ, ਮੈਂ ਸਿਰਫ ਇਹ ਗੱਲ ਕਰ ਰਹੀ ਹਾਂ ਵੀ ਉਹਨਾਂ ਦਾ ਇਰਾਦਾ ਕਿੰਨਾ ਮਜ਼ਬੂਤ ਸੀਗਾ। ਉਸ ਇਰਾਦੇ ਮਜ਼ਬੂਤ ਨੂੰ ਦੇਖ ਕੇ ਹੀ ਦੁਨੀਆ ਕਹਿੰਦੀ ਆ ਕਿ ਉਹ ਸ਼ਹੀਦ ਆਜ਼ਮ ਹੈ, ਕਿਉਂਕਿ ਸ਼ਹੀਦ ਤੇ ਕਈ ਤਰ੍ਹਾਂ ਹੋ ਜਾਂਦੇ ਆ, ਪਰ ਜਿਹੜਾ ਇਰਾਦਾ ਸੀ ਨਾ ਇੰਨਾ ਮਜ਼ਬੂਤ, ਉਹਦੇ ਮੈਂ ਉਹਨਾਂ ਨੇ ਆਪਣੇ ਸ਼ੇਰ ਲਿਖੇ ਹੋਏ, ਮੈਂ ਤੁਹਾਨੂੰ ਪੜ੍ਹ ਦਿੰਦਾ। ਉਸੇ ਫਿਕਰ ਹੈ ਹਰਦਮ ਨਇਆ ਤਰਜੇ ਜ਼ਫਾ ਕਿਆ ਹੈ। ਜਿਹੜਾ ਤਸੀਹੇ ਦੇਣ ਵਾਲਾ ਨਾ, ਉਹਨੂੰ ਇਹ ਫਿਕਰ ਆ ਵੀ ਤਸੀਹੇ ਦੇਣ ਦੇ ਹੋਰ ਤਰੀਕੇ ਨਵੇਂ ਕਿਹੜੇ ਆ, ਕੀ ਹੋ ਸਕਦਾ। ਤੇ ਕਹਿੰਦੇ ਹਮੇ ਸ਼ੌਕ ਹੈ ਦੇखें सितम की इंतहा क्या है। ਸਿਤਮ ਦੇਖੋ ਕਿੱਥੋਂ ਤੱਕ ਇਹ ਕਰ ਸਕਦਾ ਹੈ। ਸਾਨੂੰ ਵੀ ਇਹ ਸ਼ੌਕ ਆ, ਅਸੀਂ ਅਗਲੇ ਦਾ ਸਿਤਮ ਤੋੜ ਦੇਣਾ ਆ। ਫਿਰ ਗਾ ਇਹ ਤਰੀਕੇ ਜਿਹੜੇ ਹੈਗੇ ਆ ਤਸੀਹੇ ਦੇਣ ਦੇ, ਦਹਿਰ ਸੇ ਕਿਉਂ ਖਫਾ ਰਹੇ, ਸਾਨੂੰ ਬਹੁਤਾ ਔਖੇ ਨਹੀਂ ਹੋਣਾ ਚਾਹੀਦਾ ਵੀ ਉਹ ਸਾਡੇ 'ਤੇ ਜ਼ੁਲਮ ਕਰ ਰਿਹਾ। ਚਰਖ ਕਾ ਕਿਉਂ ਗਿਲਾ ਕਰੇ, ਚਰਖੜੀਆਂ 'ਤੇ ਚੜ੍ਹਨਾ ਜਿੱਦਾਂ, ਉਹਦਾ ਵੀ ਕਾਹਨੂੰ ਗਿਲਾ ਕਰਨਾ। ਸਾਰਾ ਜਹਾਂ ਅਦੂ ਸੇ ਹੀ, ਸਾਰੀ ਦੁਨੀਆ ਹੀ ਖਿਲਾਫ ਹੋ ਜਾਏ, आओ मुकाबला करें। फिर गां लिख दिया कोई हरदम का मेहमान हूँ अहले वतन, चिरागे सैर हूँ
बुझा चाहता हूँ। मैं तो थोड़े दिनों का ही मेहमान हाँ, असी सारे ही इदां हैं। ते मैं तो इदां हाँ भी जिदा चरस्ते च दीवा पे आया, सवेर का टाइम आ, हवा वगनी शुरू हो जानी जो दिन चढ़ना, तो हवा के बुले नाल मैं तो बुझ जाना। वो कहते कोई हरदम का मेहमान हूँ, अहले वतन चिरागे शहर हूँ, बुझा चाहता हूँ। पर फिक्र ना करें कुलतार, अखीरले शेर च लिखा, मेरी हवा में रहेगी ख्याल की बिजली, ये मुश्ते खाक है, फानी रहे ना रहे। फानी का मतलब होंदा जेड़ा फना होने वाला, ते मुश्ते खाक मिट्टी दी मोठिया। मैं फानी हाँ, मैं जले जाना, मैं मिट्टी दी मोठिया, मैं एक दीवे की तरह हाँ। पर तू फिक्र ना करी, मेरे हवा च भी मेरे ख्यालों की बिजली रहनी है। और वो बिजली तुसी हिंदुस्तान च हुण चमकदी देख रहे हो। सो मैं इस गल का तां ये कीता कि उन्हां दा हौसला कोई पस्त कर ही नहीं सकिया। कल्ला बंदा सामराज सारा ही उस वेले दा जिहड़ा सीगा ਉਹਦਾ ਸਿੰਘਾਸਨ ਡੋਲ ਦਿੱਤਾ। ਪਰ ਇਹਦੀ ਸ਼ੁਰੂਆਤ ਮੈਂ ਇੱਥੋਂ ਕਰਦਾ। ਹੁਣ ਬਚਪਨ ਤੋਂ ਹੀ ਉਹ ਜਿੱਦਾਂ ਕਹਿੰਦੇ ਨੇ ਬੜੇ ਹੋਣਹਾਰ ਬੱਚੇ ਸੀਗੇ, ਬਚਪਨ ਤੋਂ ਹੀ ਉਹ ਬੜੇ ਜਿੱਦਾਂ ਅਸੀਂ ਤੇ ਆਮ ਲੋਕ ਇਹ ਵੀ ਸਮਝ ਲਵਾਂਗੇ ਵੀ ਚਮਤਕਾਰੀ ਸੀਗੇ, ਬੜੇ ਅਟਰੈਕਟਿਵ ਸੀਗੇ ਜੀ। ਸਕੂਲ ਵਿੱਚ ਛੋਟੀ ਪ੍ਰਾਇਮਰੀ ਸਕੂਲ ਜਦੋਂ ਪੜ੍ਹਦੇ ਸੀਗੇ ਤੇ ਵੱਡੀਆਂ ਕਲਾਸਾਂ ਦੇ ਨਿਆਣੇ ਜਿਹੜੇ ਸੀਗੇ ਉਹ ਉਹਨਾਂ ਨੂੰ ਮੋਢਿਆਂ 'ਤੇ ਚੱਕ ਕੇ ਲਿਆਉਂਦੇ ਸੀਗੇ, ਇੰਨੇ ਅਟਰੈਕਟਿਵ ਸੀਗੇ। ਤੇ ਘਰਦਿਆਂ ਨੇ ਕਹਿਣਾ ਇਹ ਕੌਣ ਆ, ਉਹਨਾਂ ਨੇ ਕਹਿਣਾ ਇਹ ਮੇਰੇ ਦੋਸਤ ਆ। ਫਿਰ ਇੱਕ ਦਿਨ ਐਸਾ ਹੋਇਆ ਵੀ ਦਰਜੀ ਕਮੀਜ਼ ਸੀਣੀ ਦਿੱਤੀ ਸੀ, ਉਹ ਘਰੇ ਲੈ ਆਇਆ ਸੀਗੇ ਜੀ। ਤੇ ਇਹ ਕਹਿੰਦੇ ਸਾਹ ਭਗਤ ਸਿੰਘ ਕਹਿੰਦੇ ਛੋਟੇ ਬੱਚਾ ਸੀ, ਕਹਿੰਦੇ ਇਹ ਮੇਰਾ ਦੋਸਤ ਆ, ਇਹ ਤਾਂ ਲਿਆਇਆ ਮੇਰਾ ਦੋਸਤ ਆ। ਤੇ ਕਰਦੇ ਹੱਸਣ ਪਏ, ਕਹਿੰਦੇ ਤੇਰਾ ਤੇ ਸਾਰਾ ਪਿੰਡ ਹੀ ਦੋਸਤ ਲੱਗਦਾ। ਉਹ ਕਹਿੰਦੇ ਹਾਂ ਮੇਰਾ ਸਾਰਾ ਪਿੰਡ ਹੀ ਦੋਸਤ ਆ। ਫਿਰ ਬੇਬੇ ਜੀ ਸਾਨੂੰ ਹੱਸ ਕੇ ਗੱਲਾਂ ਦੱਸਦੇ ਹੁੰਦੇ ਸੀ ਉਹਨਾਂ ਦੀਆਂ। ਮੈਨੂੰ ਇਸ ਗੱਲ ਦਾ ਮਾਣ ਆ ਵੀ ਮੈਂ ਬੇਬੇ ਜੀ ਕੋਲੋਂ ਗੱਲਾਂ ਆਪਣੀ ਕੰਨੀ ਸੁਣੀਆਂ ਉਹਨਾਂ ਬਾਰੇ। ਤੇ ਉਹ ਕਹਿੰਦੇ ਵੀ ਬੜੀ ਉਮਰ 'ਚ ਤੁਹਾਨੂੰ ਪਤਾ ਨਾ ਉਹਨਾਂ ਨੇ ਡੇਅਰੀ ਫਾਰਮ ਖੋਲ੍ਹ ਕੇ ਦਿੱਤਾ ਸੀ ਘਰਦਿਆਂ ਨੇ ਜੀ। ਹਾਂਜੀ। ਤੇ ਉਹ ਡੇਅਰੀ ਫਾਰਮ ਵੀ ਜਿੱਦਾਂ ਕਹਿੰਦੇ 20 ਰੁਪਈਏ ਦਿੱਤੇ ਤੇ ਉਹ ਕਿਸੇ ਨੂੰ ਜਾ ਕੇ ਲੰਗਰ ਹੀ ਛਕਾਇਆ। ਤੇ ਇੱਦਾਂ ਹੀ ਉਹ ਡੇਅਰੀ ਦਾ ਦੁੱਧ ਦਾ ਕੰਮ ਤੇ ਬਿਜ਼ਨਸ ਸੀਗਾ। ਉਹ ਕੀ ਕਰਨਾ ਸੀਗਾ, ਆਪਣੇ ਦੋਸਤਾਂ ਯਾਰਾਂ ਦੋਸਤਾਂ ਨੂੰ ਸਾਰੇ ਲਿਆ ਕੇ ਦੁੱਧ ਪਿਲਾਉਂਦੇ ਹੁੰਦੇ ਸੀਗੇ। ਤੇ ਬੇਬੇ ਜੀ ਦੱਸਦੇ ਆ ਵੀ ਇੱਕ ਬੂਰੀ ਮੱਝ ਸੀਗੀ, ਉਹਨੂੰ ਉਹ ਕਹਿੰਦੇ ਹੁੰਦੇ ਸੀ ਬੇਬੇ। ਉਹਨੂੰ ਕਹਿੰਦੇ ਸੀ ਬੇਬੇ, ਬੇਬੇ ਭੁੱਖ ਲੱਗੀ ਆ ਦੁੱਧ ਦੇ ਦੇ। ਤੇ ਉਹ ਬੇਬੇ ਜੀ ਦੱਸ ਦਿੰਦੇ ਸੀ ਵੀ ਉਹਨੂੰ ਤੇ ਪਸ਼ੂ ਵੀ ਉਹਦਾ ਅੱਖਾਂ ਮੰਨ ਲੈਂਦੇ ਸੀ। ਜਦੋਂ ਵੀ ਉਹ ਕਹਿੰਦੇ ਕਹਿ ਦਿੰਦੇ ਸੀ ਉਹ ਧਾਰਾਂ ਦੇ ਦਿੰਦੀ ਸੀ। ਅੱਛਾ। ਬੂਰੀ ਮੱਝ ਪਰ ਧਾਰਾਂ ਦੇ ਦਿੰਦੀ ਸੀ। ਕੋਈ ਸ਼ਖਸੀਅਤ 'ਚ ਖਾਸ ਚੀਜ਼ਾਂ ਪਹਿਲਾਂ ਹੀ ਮਤਲਬ ਜਿਹੜੀਆਂ ਸੀ ਨਾ ਅਟਰੈਕਟਿਵ ਇੰਨੇ ਸੀਗੇ ਵੀ 5 ਮਿੰਟ ਤੁਸੀਂ ਖੜੇ ਹੋ ਕੇ ਉਹਨਾਂ ਨਾਲ ਗੱਲ ਕਰ ਲਓ, ਤੁਸੀਂ ਉਹਨਾਂ ਦੇ ਦੋਸਤ ਬਣ ਜਾਓਗੇ। ਤੇ ਉਹ ਇਹਨਾਂ ਨੂੰ ਮੈਂ ਤਾਂ ਅੱਗੇ ਵੀ ਦੱਸਿਆ ਸੀ ਵੀ ਉਹ ਇੱਦਾਂ ਕੁਲਤਾਰ ਸੋਹਣੀ ਮੋਢੇ 'ਤੇ ਚੜ੍ਹਦੇ ਰਹੇ, ਇੱਦਾਂ ਕਰਦੇ ਰਹੇ। ਤੇ ਉਸ ਦਿਨ ਗੱਲ ਨਹੀਂ ਹੋਈ, ਮੈਂ ਇਹ ਦੱਸਣਾ ਸੀਗਾ ਵੀ ਉਹਨਾਂ ਨੇ ਬੜੇ ਸੀਰੀਅਸ ਹੋ ਕੇ ਫਿਰ ਕਿਹਾ ਸੀਗਾ ਮੋਢਿਆਂ 'ਤੇ, ਕਹਿੰਦੇ ਕੁਲਤਾਰ ਜ਼ਿੰਦਗੀ ਆਪਣੇ ਬਾਹੂਬਲ 'ਤੇ ਹੀ ਜੀਵੀ ਜਾ ਸਕਦੀ ਆ, ਕਿਸੇ ਦੇ ਮੋਢਿਆਂ 'ਤੇ ਤੇ ਜਨਾਜ਼ਾ ਹੀ ਨਿਕਲਦਾ, ਅਰਥੀ ਨਿਕਲਦੀ ਹੈ, ਅਰਥੀਆਂ। ਕਮਾਲ ਦੀ ਗੱਲ ਦੇਖੋ, ਕਮਾਲ ਦੀ ਗੱਲ। ਦੇਖੋ ਜਦੋਂ ਅਸੀਂ ਉਹਨਾਂ ਦੀ ਵਿਜ਼ਡਮ ਦੀ ਗੱਲ ਕਰਦੇ ਹਾਂ ਨਾ ਜੀ, ਉਹਨਾਂ ਕੋਲੇ ਕੁਦਰਤੀ ਰੱਬ ਵੱਲੋਂ ਜਦੋਂ ਜਨਮ ਹੁੰਦਾ ਉਦੋਂ ਫਾਦਰ ਸਾਹਿਬ ਤੇ ਚਾਚਾ ਜੀ ਜੇਲ੍ਹ 'ਚ, ਤੇ ਜੇਲ੍ਹ 'ਚ ਜਦੋਂ ਆਏ ਤਾਂ ਉਹਨਾਂ ਦਾ ਨਾਮ ਦੋ ਚਾਚੇ ਸਵਰਨ ਸਿੰਘ, ਅਜੀਤ ਸਿੰਘ ਦੋਵੇਂ। ਭਾਗਾਂ ਵਾਲਾ ਨਾਂ ਰੱਖਣ ਦਾ ਕਾਰਨ ਵੀ ਇਹਦਾ ਇਹੀ ਹੈ ਕਿ ਭਾਈ ਘਰੇ ਆਏ ਆ ਬੰਦੇ ਭਾਗਾਂ ਵਾਲਾ, ਭਗਤ ਸਿੰਘ ਜੇਲ੍ਹ 'ਚੋਂ, ਮਤਲਬ ਹਾਂ ਭਾਗਾਂ ਵਾਲਾ ਸੀ। ਦਾਦੀ ਜੀ ਨੇ ਨਾਂ ਰੱਖਿਆ ਸੀ। ਦਾਦਾ ਅਰਜਨ ਸਿੰਘ ਵੀ ਇਤਿਹਾਸਕਾਰ ਬੰਦਾ ਹੈ, ਪਿਤਾ ਕਿਸ਼ਨ ਸਿੰਘ, ਚਾਚਾ ਜਿਨ੍ਹਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਮਤਲਬ ਜਿਹੜੀ ਹੈ, ਔਰ ਸਭ ਤੋਂ ਲੰਬੇ ਜਲਾਵਤਨ ਹਿੰਦੁਸਤਾਨ ਦੇ 38 ਸਾਲ ਜਲਾਵਤਨੀ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਗੁਜ਼ਾਰੀ ਸਰਦਾਰ ਅਜੀਤ ਸਿੰਘ। 40 ਭਾਸ਼ਾਵਾਂ ਦੇ ਗਿਆਤਾ ਸਰਦਾਰ ਅਜੀਤ ਸਿੰਘ, ਔਰ ਉਹਨਾਂ ਦਾ ਜਿਹੜਾ ਉਹਨਾਂ ਦੀ ਮਾਈ ਘਰੇ ਰਹਿ ਰਹੀ ਹੈ। ਸੋ ਇਹ ਜਿਹੜਾ ਪਰਿਵਾਰ ਹੈ ਨਾ, ਇਹਨੂੰ ਇਹ ਕਹਿੰਦੇ ਸੀ ਕਿ ਇਹ ਸਾਰਾ ਪਰਿਵਾਰ ਸਮੁੱਚਾ ਕਿਲ੍ਹਾ ਭਗਤ ਸਿੰਘ ਨੂੰ ਸਾਰਾ ਪਰਿਵਾਰ ਇਹ ਕਹਿੰਦੇ ਸੀ ਵੀ ਫਰੀडम ਫਾਈਟਰਸ ਦੀ ਪਨੀਰੀ ਤਿਆਰ ਕਰਦਾ ਹੈ, ਇਹ ਨਰਸਰੀ ਹੈ। ਐਡਾ ਵੱਡਾ ਬੰਦੇ ਸੀ ਮਤਲਬ ਇਹ। ਔਰ ਫਿਰ ਲਾਲਾ ਲਾਜਪਤ ਰਾਏ ਹੋਰਾਂ ਦੀ ਸੰਗਤ ਮਿਲਦੀ ਹੈ, ਘਰ 'ਚ ਉਹਨਾਂ ਦਾ ਆਉਣ ਜਾਣ ਹੈ। ਫਿਰ ਜਦੋਂ ਜਵਾਨ ਹੁੰਦੇ ਆ ਨਾ, ਉਦੋਂ
ਭਾਈ ਪਰਮਾਨੰਦ ਵਰਗਾ ਟੀਚਰ ਮਿਲਦਾ ਜਿਹੜਾ ਆਪ ਅੰਡੇਮਾਨ ਤੇ ਨਿਕੋਬਾਰ ਦੀ ਜੇਲ੍ਹ ਦੀ ਮਤਲਬ ਜਿਹੜੀ ਹੈਗੀ ਹੈ ਉਹ ਰਹਿੰਦਾ ਹੈ। ਮੈਂ ਵੇਖ ਰਿਹਾ ਸੀ ਕਿ ਮੈਂ ਇੰਟਰਜੈਕਟ ਕਰ ਦਿਆਂ ਹਾਂਜੀ ਵੀ ਭਾਈ ਪਰਮਾਨੰਦ ਦੀ ਜਿਹੜੀ ਪਿਛੋਕੜ ਆ ਕੋਲ ਹੈ ਜਿਹੜੀ ਉਹ ਭਾਈ ਮਤੀ ਦਾਸ ਨਾਲ ਜੁੜਦਾ ਆ। ਭਾਈ ਮਤੀ ਦਾਸ ਨਾਲ ਭਾਈ ਉਹਨਾਂ ਮਤੀ ਦੀ ਦਾਸ ਵੰਸ਼ ਵਿੱਚੋਂ ਜੀ। ਹਾਂ ਉਹਨਾਂ ਦੇ ਵਿੱਚੋਂ ਸੀਗੇ ਜਿਹੜੇ 9 ਗੁਰੂਆਂ ਤੱਕ ਰਹੇ ਜੀ, ਜਿਹੜੇ ਮਹਾਰਾਜ ਗੁਰੂ ਨੌਵੀਂ ਪਾਤਸ਼ਾਹ ਨਾਲ ਦਿੱਲੀ ਗਏ ਸੀ। ਹਾਂਜੀ ਸੋ ਜਦੋਂ ਉਹਨਾਂ ਦੀ ਅਧਿਆਤਮਿਕ ਯੋਗਤਾ ਦੀ ਗੱਲ ਕਰਦੇ ਆ, ਪੜ੍ਹਨ ਲਿਖਣ ਦਾ ਸਵਾਲ ਆਉਂਦਾ, ਦੁਰਗਾ ਦਾਸ ਲਾਇਬ੍ਰੇਰੀ ਦੇ ਵਿੱਚੋਂ ਜੇਲ੍ਹ ਦੇ ਆਖਰੀ ਦਿਨਾਂ ਤੱਕ ਕਿਤਾਬਾਂ ਆਉਂਦੀਆਂ ਉਹਨਾਂ ਨੂੰ। 36 ਦੇ ਕੋਲ ਵੱਡੇ ਰਾਈਟਰ, ਮਤਲਬ ਨਾ ਜਦੋਂ ਅਸੀਂ ਗੱਲ ਕਰਦੇ ਆ ਨਾ ਜੀ, ਬਰਨਾਰਡ ਸ਼ਾਹ ਦੀ ਗੱਲ ਕਰਦੇ ਆ, ਦੋਸਤੋਵਸਕੀ ਦੀ ਗੱਲ ਕਰਦੇ ਆ, ਗੈਰੀਬਾਲਡੀ, ਕਾਰਲ ਮਾਰਕਸ, ਦਾਸ ਕੈਪੀਟਲ, ਉਹਨਾਂ ਦਿਨਾਂ ਦੀ ਮਤਲਬ ਜਿਹੜੀ ਬੁੱਕ ਪੜ੍ਹੀ ਹੈ। ਰਵਿੰਦਰਨਾਥ ਟੈਗੋਰ ਪੜ੍ਹਿਆ ਇਹਨਾਂ ਨੇ, ਬਰਟਨ ਰਸਲ ਪੜ੍ਹਿਆ ਇਹਨਾਂ ਨੇ, ਉਮਰ ਖਿਆਮ ਪੜ੍ਹਿਆ, ਜੇਮਸ ਰਸਲ ਪੜ੍ਹਿਆ, ਔਰ ਬੜੀ ਵੱਡੀ ਗੱਲ ਵੀ ਜਨਰਲ ਡਾਇਰ ਦੀ ਡਾਇਰੀ ਵੀ ਪੜ੍ਹੀ ਹੈ। ਦੇਖੋ ਇਸ ਤਰ੍ਹਾਂ ਦਾ ਜਿਹੜਾ ਪੜ੍ਹਨ ਦਾ ਤਾਂ ਮਤਲਬ ਜਿਹੜਾ ਨਾ ਰੀਡਰ ਬਹੁਤ ਤਕੜੇ ਆ, ਸਿਲੈਕਟਿਵ ਰੀਡਰ ਨੇ ਔਰ ਰੇਟਰ ਨੇ, ਔਰ 23 ਸਾਲ ਦੀ ਉਮਰ 'ਚ ਲਿਖਿਆ ਵੀ ਹੈ ਨਾਲ। ਜਦੋਂ ਉਹਨਾਂ ਦੇਖੋ ਬਾਕੀ ਜਿਹੜੇ ਇੰਨੀ ਛੋਟੀ ਉਮਰ 'ਚ ਕੋਈ ਲਿਖਣਾ ਸੌਖਾ ਹੀ ਨਹੀਂ, ਸੰਭਵ ਹੀ ਨਹੀਂ ਗਾ, ਬੰਦੇ ਕੋਲ ਖਿਆਲ ਹੀ ਨਹੀਂ ਬਣੇ ਹੁੰਦੇ। ਤਾਂ ਉਦੋਂ ਉਹਨਾਂ ਦੇ ਉੱਤੇ ਬੋਲਸ਼ਵਿਕ ਲਿਟਰੇਚਰ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਰਸ਼ੀਅਨ ਕ੍ਰਾਂਤੀ ਦਾ ਲਿਟਰੇਚਰ ਜਿਹੜਾ ਸਾਰਾ, ਉਹਦਾ ਬਹੁਤ ਵੱਡਾ ਪ੍ਰਭਾਵ ਸੀ। ਔਰ ਉਸ ਦੀ ਤਰਜ਼ ਤੇ ਜਦੋਂ ਇਹ ਇੰਪੀਰੀਅਲਿਜ਼ਮ ਦੀ ਗੱਲ ਕਰਦੇ ਨਾ, ਇੰਪੀਰੀਅਲਿਜ਼ਮ ਦੇ ਵਿੱਚ ਕਲੋਨੀਅਲਾਈਜੇਸ਼ਨ ਆਉਂਦੀ ਹੈ, ਕਲੋਨੀਅਨ ਆ ਜਾਂਦੀਆਂ ਨੇ, ਡੋਮੀਨੀਅਨਸ ਆ ਜਾਂਦੇ ਆ, ਡੋਮਿਨਿਕ ਜਿਵੇਂ ਆਪਾਂ ਰਿਪਬਲਿਕ ਦੀ ਗੱਲ ਕਰਦੇ ਹਾਂ, ਹੋਰ ਬੜੀਆਂ ਟੈਰੀਟਰੀਜ਼ ਆਉਂਦੀਆਂ ਜਿਹੜੀਆਂ ਉਹਨਾਂ ਦੇ ਫਰਮਾਨਾਂ ਹੇਠ ਜਿਹੜਾ, ਕਿਉਂਕਿ ਵਿਸਥਾਰਵਾਦੀ ਨੀਤੀ ਸੀ ਗੋਰਿਆਂ ਦੀ, ਤਾਂ ਬਾਕੀ ਜਿਹੜੀਆਂ ਹੋਰ ਥਾਵਾਂ ਤੋਂ ਜਿੰਨੇ ਸਾਧਨਾਂ ਦੀ ਲੁੱਟ ਕਰਕੇ, ਜਿਵੇਂ ਫਰਜ਼ ਕਰੋ ਕਿ ਸਾਡੀਆਂ ਮਿੱਲਾਂ ਬੰਦ ਕਰਕੇ ਕੱਪੜਾ ਮਾਨਚੈਸਟਰ ਦੇ ਰਹੀ ਸੀ ਉੱਥੇ। ਸੋ ਭਗਤ ਸਿੰਘ ਇਸ ਤਰ੍ਹਾਂ ਦੀ ਲੁੱਟ ਦੇ ਬਹੁਤ ਖਿਲਾਫ ਸੀ। ਔਰ ਇਸ ਤਰ੍ਹਾਂ ਦਾ ਵਿਜ਼ਨ ਜਿਹੜਾ ਸੀ ਨਾ, ਜਦੋਂ ਹਿੰਦੁਸਤਾਨ ਦੇ ਸਾਡੇ ਪੰਜਾਬ 'ਚ ਕੀ ਹੋਇਆ ਕਿ ਗੁਰਦੁਆਰਾ ਲਹਿਰਾਂ ਜਾਨੂੰ ਲੈ ਰਹੀਆਂ, SGPC ਬਣ ਰਹੀ ਹੈ, ਤਾਂ ਸਾਡਾ ਸਾਰਾ ਧਿਆਨ ਸਾਡੀਆਂ ਗੁਰੂ ਕੇ ਬਾਗ ਮੋਰਚਾ, ਨਨਕਾਣਾ ਸਾਹਿਬ ਦੇ ਮੋਰਚੇ ਵੱਲ ਲੱਗਿਆ ਹੋਇਆ। ਗਾਂਧੀ ਜੀ ਉਦੋਂ ਨਾ ਮਿਲਵਰਤਨ ਦੀ, ਨੌਨ ਕੋਆਪਰੇਸ਼ਨ ਦੀ ਜਿਹੜੀ ਲਹਿਰ ਸ਼ੁਰੂ ਕਰਦੇ ਆ, ਔਰ ਜਦੋਂ ਉਹ ਲਹਿਰ ਦੇ ਵਿਚਾਲੇ ਤੁਹਾਨੂੰ ਯਾਦ ਹੋਣਾ ਕਿ ਇੱਕ ਕੋਕਰੀ ਕਾਂਡ ਹੁੰਦਾ ਹੈ, ਗੱਡੀ ਲੁੱਟ ਲੈਂਦੇ ਆ ਕ੍ਰਾਂਤੀਕਾਰੀ, ਕਕੋਰੀ ਕਾਂਡ ਹੁੰਦਾ ਹੈ, ਗੱਡੀ ਲੁੱਟ ਲੈਂਦੇ ਆ। ਜਾਂ ਫਿਰ ਇੱਕ ਹੋਰ ਕਾਂਡ ਦਾ ਜ਼ਿਕਰ ਆਉਂਦਾ ਜਿਹਦੇ 'ਚ ਇੱਕ ਥਾਣਾ ਸਾੜ ਦਿੰਦੇ ਆ, ਮਤਲਬ ਇੱਕ ਥਾਣੇਦਾਰ ਨੇ ਬੰਦੇ ਮਾਰਤੇ ਤੇ ਫਿਰ ਲੋਕਾਂ ਨੇ ਥਾਣਾ ਸਾੜਤਾ। ਤਾਂ ਉਹਨਾਂ ਨੇ ਜਿਹੜਾ ਨਾ ਮਿਲਵਰਤਨ, ਨੌਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲੈਂਦੇ, ਔਰ ਉਹ ਬਹੁਤ ਵੱਡੀ ਸੱਟ ਹਿੰਦੁਸਤਾਨ ਤੇ ਲੱਗਦੀ ਹੈ ਵੀ ਤੁਸੀਂ ਮੂਵਮੈਂਟ ਕਿਉਂ ਵਾਪਸ ਲੈ ਲਈ। ਤਾਂ ਉਦੋਂ ਸਾਇਲੈਂਟ ਇੰਡੀਆ ਨੂੰ ਉਠਾਉਣ ਵਾਸਤੇ ਭਗਤ ਸਿੰਘ ਕਾਨਪੁਰ ਜਾਂਦਾ ਹੈ, ਜਾ ਕੇ ਫਿਰ ਇਹ ਜਿਹੜੀ ਹੈਗੀ ਹੈ ਨਾ ਨੈਸ਼ਨਲ ਜਿਹੜੀ ਪਾਰਟੀ, ਸੋਸ਼ਲਿਸਟ ਰਿਪਬਲਿਕਨ ਪਾਰਟੀ, ਹਿੰਦੁਸਤਾਨ ਸੋਸ਼ਲ ਰਿਪਬਲਿਕਨ ਪਾਰਟੀ ਬਣਦੀ ਹੈ। ਉਹਦਾ ਫਿਰ ਦੂਜਾ ਨਾ ਨੈਸ਼ਨਲ ਸੋਸ਼ਲਿਸਟ ਰਿਪਬਲਿਕਨ ਪਾਰਟੀ ਬਣਾਉਂਦਾ ਚੰਦਰ ਸ਼ੇਖਰ ਜੀ। ਰਾਮ ਪ੍ਰਸਾਦ ਬਿਸਮਿਲ ਬਹੁਤ ਵੱਡਾ ਬੰਦਾ ਹੈ, ਉਹਨਾਂ ਦਾ ਸ਼ੇਅਰ ਜਿਹੜਾ ਨਾ ਭਗਤ ਸਿੰਘ ਹਰ ਵਾਰ ਜੇਲ੍ਹ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੇ ਆਪਣੇ ਗੁਣਗੁਣਾਇਆ ਹੈ, ਦੇਖਣਾ ਹੈ ਬਾਜੂਏ ਜ਼ੋਰ ਕਿਤਨਾ ਬਾਜੂਏ ਕਤਲ ਮੇਂ ਹੈ। ਸੋ ਉਹ ਨੈਰੇਟਿਵ ਦੇ ਵਿੱਚ ਭਗਤ ਸਿੰਘ ਜਿਹੜਾ ਹੈਗਾ ਉਹ ਹਿੰਦੁਸਤਾਨ ਨੂੰ ਉਠਾਉਣ ਦਾ ਯਤਨ ਕਰਦਾ ਹੈ। ਸ਼ਾਇਦ ਇਹ ਕਾਰਨ ਵੀ ਹੋਊਗਾ ਜੀ। ਬਿਲਕੁਲ ਸਹੀ ਗੱਲ ਹੈ ਜੀ। ਇਹ ਕਿਉਂਕਿ 1921 ਦੀ ਨਾਮਿਲਵਰਤਨ ਜਿਹੜੀ ਉਹਨਾਂ ਦੀ ਉਹ ਸੀਗੀ, ਸੱਤਿਆਗ੍ਰਹਿ ਜਿਹੜਾ ਸੀਗਾ ਗਾਂਧੀ ਜੀ ਦਾ, ਉਹ ਤੇ ਫਿਰ ਠੰਡਾ ਪੈ ਗਿਆ, ਉਹਨਾਂ ਨੇ ਵਾਪਸ ਲੈ ਲਿਆ ਜੋ ਵੀ ਹੋਇਆ। ਖੈਰ ਉਸ ਹਿਸਟਰੀ 'ਚ ਬਹੁਤਾ ਕੀ ਜਾਣਾ। ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਵੀ ਉਹ ਸਾਹਿਬ ਭਗਤ ਸਿੰਘ ਦੀ ਲਾਈਫ ਦੇ 10 ਸਾਲ ਜਿਹੜੇ ਸੀਗੇ, ਉਦੋਂ ਉਹ ਦੇਖੋ 14 ਸਾਲ ਦੇ ਸੀਗੇ, ਅਤੇ ਉਹ ਫਿਰ 10 ਸਾਲ ਉਹਨਾਂ ਨੇ ਜਿੰਨਾ ਕੰਮ ਕੀਤਾ, ਉਹਦੇ 'ਤੇ ਕਿਤਾਬਾਂ ਲਿਖੀਆਂ ਗਈਆਂ। ਇੱਕ ਲੇਟੈਸਟ ਕਿਤਾਬ ਆਈ ਆ, ਉਹ ਇੰਡੀਆਜ਼ ਰੈਵੋਲੂਸ਼ਨਰੀ ਇਨਹੈਰੀਟੈਂਸ, ਉਹ ਬੰਦਾ ਇੰਗਲੈਂਡ ਦਾ ਹੈਗਾ ਆ ਜੀ, ਅਤੇ ਲੰਡਨ ਯੂਨੀਵਰਸਿਟੀ ਦਾ ਉਹਨੇ ਰਿਸਰਚ ਕੀਤੀ। 12 ਸਾਲ ਲੱਗਾ ਰਿਹਾ, ਹਿੰਦੁਸਤਾਨ ਹਰ ਸਾਲ ਜਾਂਦਾ ਰਿਹਾ, ਉਹਦੇ ਕੋਲ ਸਾਰੇ ਰਿਕਾਰਡਸ ਵਗੈਰਾ ਵੀ ਸੀਗੇ। ਉਹਦੇ ਵਿੱਚ ਉਹਨੇ ਪ੍ਰੂਵ ਕੀਤਾ ਵੀ ਬਾਅਦ ਦੀਆਂ ਤੇ ਗੱਲਾਂ ਬਸ ਐਵੇਂ ਇੱਕ ਫਾਰਮੈਲਿਟੀ ਸੀਗੀਆਂ, ਉਹ ਰੈਵੋਲੂਸ਼ਨ ਤੇ ਉੱਥੇ ਹੋ ਗਈ ਸੀਗੀ, ਔਰ ਉਸ ਤੋਂ ਬਾਅਦ ਤੇ ਸਿਰਫ ਇੱਕ ਸੈਰੇਮਨੀ ਰਹਿ ਗਈ ਸੀ ਵੀ ਹੁਣ ਕਦੋਂ ਹਿੰਦੁਸਤਾਨ ਆਜ਼ਾਦ ਹੋਣਾ ਆ। ਪਰ ਕਮਿੰਗ ਬੈਕ ਟੂ ਇਹਨਾਂ ਦੀ ਜਿਹੜੀ ਇਹ ਗੱਲ ਸੀਗੀ ਵੀ ਸਾਰਾ ਪਰਿਵਾਰ ਹੀ ਲੱਗਾ ਹੋਇਆ ਸੀਗਾ, ਉਸ ਗੱਲ ਦੀ ਮੈਂ ਇਸ ਤਰ੍ਹਾਂ ਬਿਆਨਗੀ ਕਰਾਂਗਾ
ਕਿ ਪਰਿਵਾਰ ਦੀ ਜਿਹੜੀ ਇਹ ਸੀਗੀ ਨਾ 1857 ਤੋਂ ਜਿਉਂ ਲੱਗੇ ਹੋਏ ਸੀ, ਉਹਦੀ ਇੱਕ ਨਦੀ ਦੀ ਰਵਾਨਗੀ ਦੀ ਤਰ੍ਹਾਂ ਉਹ ਚੱਲ ਰਹੇ ਸੀ। ਜਿੱਦਾਂ ਨਦੀ ਆਉਂਦੀ ਆ ਉੱਤੋਂ ਪਹਾੜਾਂ ਤੋਂ ਉਛਲਦੀ ਛਲਦੀ ਨੱਚਦੀ ਟੱਪਦੀ ਫਿਰ ਮੈਦਾਨਾਂ 'ਚੋਂ ਨਿਕਲਦੀ ਆ, ਪੂਰਾ ਉਹਦੇ 'ਚ ਅਥਾਹ ਜ਼ੋਰ ਹੁੰਦਾ ਆ। ਫਿਰ ਉਦੋਂ ਗਾਂ ਉਹਦੇ 'ਚ ਸਮਝੋ ਰੇਗਿਸਤਾਨ ਵੀ ਆ ਜਾਂਦਾ ਆ, ਅਤੇ ਰੇਗਿਸਤਾਨ 'ਚੋਂ ਵੀ ਉਹ ਜ਼ੋਰ ਮਾਰ ਕੇ ਲੰਘ ਜਾਂਦੀ ਹੈ, ਅਤੇ ਗਾਂ ਅਖੀਰ ਆਪਣੇ ਸਮੁੰਦਰ ਦੇ ਵਿੱਚ ਜਾ ਮਿਲਦੀ ਆ ਜੀ। ਤੇ ਨਦੀ ਦਾ ਪਾਣੀ ਹੁੰਦਾ ਨਿਰਮਲ, ਸਵੱਛ ਹੁੰਦਾ, ਠੰਡਾ ਹੁੰਦਾ, ਮਿੱਠਾ ਹੁੰਦਾ। ਤੇ ਸਮੁੰਦਰ ਦਾ ਸਾਡੇ ਸਮਾਜ ਦੀ ਤਰ੍ਹਾਂ ਪਾਣੀ ਜਿਹੜਾ ਆ ਗਾਇਆ ਸੜਿਆ ਰੁਸਿਆ ਖਾਰਾ ਪਾਣੀ ਹੁੰਦਾ, ਖਾਰਾ ਪਾਣੀ ਹੁੰਦਾ, ਲੂਣ ਹੁੰਦਾ। ਤੇ ਇੱਕ ਦਿਨ ਸਮੁੰਦਰ ਕਹਿਣ ਲੱਗਾ ਨਦੀ ਨੂੰ, ਕਹਿੰਦਾ ਨਦੀਏ ਇਹ ਕੈਸੀ ਇਹ ਤੇਰੀ ਜਨੂਨ ਹੈ, ਇਹ ਕੈਸਾ ਤੇਰਾ ਇੱਕ ਖਾਸ ਕਿਸਮ ਦਾ ਇਹ ਪਿਆਰ ਹੈ, ਜਿਹੜਾ ਜਨੂਨ ਪਿਆਰ ਹੀ ਹੁੰਦਾ ਕਿਸਮ ਦਾ, ਇਹ ਕਦੋਂ ਕੁ ਤੱਕ ਚੱਲਦਾ ਰਹੇਗਾ। ਤੇ ਨਦੀ ਬੋਲੀ ਤੇਰੇ ਖਾਰੇ ਪਾਣੀ 'ਚ ਜਿੰਨਾ ਚਿਰ ਮਿਠਾਸ ਨਹੀਂ ਆਉਂਦੀ। ਅੱਛਾ, ਹੁਣ ਵੀ ਪਰਿਵਾਰ ਇਸੇ ਕੰਮ 'ਚ ਹੀ ਲੱਗਾ ਹੋਇਆ। ਹੁਣ ਵੀ ਪਰਿਵਾਰ ਦੇ ਮੈਂਬਰ, ਮੈਂ ਵੀ ਉਹਨਾਂ ਦੇ ਮਗਰ ਤੁਰਿਆ ਫਿਰਦਾ। ਨਹੀਂ ਦੇਖੋ ਜਿਹੜੀਆਂ ਭਗਤ ਸਿੰਘ ਹੋਰਾਂ ਦੇ ਨਾਲ ਘਟਨਾਵਾਂ ਵੱਡੀਆਂ ਜੁੜੀਆਂ, ਹਾਲਾਂਕਿ ਵੱਡੀਆਂ ਗੱਲਾਂ ਤਾਂ ਇਹ ਹੈ ਕਿ ਉਹਨਾਂ ਨੇ ਬਹੁਤ ਵੱਡਾ ਲਿਟਰੇਚਰ ਪੜ੍ਹਿਆ, ਉਹਨਾਂ ਦੀ ਸੋਚ ਵੱਡੀ ਸੀ। ਸ਼ਹੀਦ ਨੂੰ ਵੱਡਾ ਕਰਨ ਦਾ ਜਿਹੜਾ ਪੈਰਾਮੀਟਰ ਹੈ ਨਾ, ਇਹ ਨਹੀਂ ਕਿ ਜਾਨ ਦੇ ਦੇਣੀ, ਜਾਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਵੀ ਲੋਕ ਦਿੰਦੇ ਸੀਗੇ, ਮਰ ਰਹੇ ਸੀ ਲੋਕ ਜੀ, ਪਰ ਉਹਨਾਂ ਦੀ ਬਹੁਤ ਵੱਡੀ ਸ਼ਹੀਦੀ ਇਸ ਕਰਕੇ ਕਿ ਉਹ ਇੱਕ ਵੱਡੀ ਸੋਚ ਦੇ ਮਾਲਕ ਸੀ, ਇੱਕ ਵੱਡਾ ਕਰੈਕਟਰ ਸੀ ਉਸ ਸਮੇਂ ਦਾ ਜੀ। ਕਹਿੰਦੇ ਆ ਵੀ ਜਿਹੜੇ ਸ਼ਬਦ ਹੈ ਨਾ, ਸ਼ਬਦ ਵੱਡੇ ਨਹੀਂ ਹੁੰਦੇ, ਸ਼ਬਦ ਤਾਂ ਇਹ ਜਿਹੜੇ ਅਸੀਂ ਪਹਿਲਾਂ ਵੀ ਚੱਲ ਰਹੇ ਸੀ, ਪਰ ਜਦੋਂ ਇਹ ਕ੍ਰਿਸ਼ਨ ਦੇ ਮੂੰਹ ਚੋਂ ਨਿਕਲੇ, ਗੁਰੂ ਨਾਨਕ ਦੇ ਮੂੰਹ ਚੋਂ ਨਿਕਲੇ, ਇਹ ਕਿੱਡੇ ਵੱਡੇ ਬੰਦੇ ਦੇ ਮੂੰਹ ਚੋਂ ਸ਼ਬਦ ਨਿਕਲ ਰਹੇ। ਗੱਲ ਸਵਾਲ ਇਸ ਗੱਲ ਦਾ ਹੈ। ਸੋ ਸਵਾਲ ਇਸ ਗੱਲ ਦਾ ਵੀ ਉਹਨਾਂ ਦੀ ਸੋਚ ਕਿੱਡੀ ਵੱਡੀ ਹੈ। ਉਹ ਆਪਣੀ ਦੁਨੀਆ ਨੂੰ ਆਪਣੇ ਕਲਾਵੇ ਚਲਾਉਣਾ ਚਾਹੁੰਦੇ ਆ, ਸਮੁੱਚੇ ਸੰਸਾਰ ਦੇ ਦੁਖੀ ਲੋਕਾਂ ਨੂੰ, ਸਮੁੱਚੇ ਸੰਸਾਰ ਦੇ ਵਿਕਟਮਸ ਦੀ ਗੱਲ ਕਰਦੇ ਆ ਭਗਤ ਸਿੰਘ। ਇਸ ਕਰਕੇ ਉਹ ਸ਼ਹੀਦੇ ਆਜ਼ਮ, ਔਰ ਇਹ ਨਹੀਂ ਕਿ ਅੱਜ ਤੱਕ ਕਿਸੇ ਨੇ ਆਬਜੈਕਸ਼ਨ ਨਹੀਂ ਕੀਤਾ ਉਹਨਾਂ ਦਾ ਸ਼ਹੀਦੇ ਆਜ਼ਮ ਹੋਣ ਤੇ। ਪੂਰਾ ਹਿੰਦੁਸਤਾਨ ਕੰਨਿਆ ਕੁਮਾਰੀ ਤੋਂ ਲੈ ਕੇ ਤੇ ਜੰਮੂ ਕਸ਼ਮੀਰ ਤੱਕ ਇੱਕ ਵੀ ਬੰਦਾ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦਾ ਨਾ ਬੰਗਾ ਪਿੰਡ ਸੀ ਪਾਕਿਸਤਾਨ 'ਚ, ਜਿੱਥੇ ਉਹਨਾਂ ਦਾ ਜਨਮ ਹੋਇਆ। ਉਹ ਬੰਗੇ ਵਾਲੇ ਲੋਕ ਇਕੱਠੇ ਹੋ ਕੇ ਪਾਕਿਸਤਾਨ ਦੀ ਗਵਰਨਮੈਂਟ ਨੂੰ ਇੱਕ ਲੈਟਰ ਲਿਖ ਰਹੇ ਹੈ ਕਿ ਹੁਣ ਪਾਕਿਸਤਾਨ ਦੀ ਗਵਰਨਮੈਂਟ ਵੀ ਉਹਨਾਂ ਨੂੰ ਸਭ ਤੋਂ ਵੱਡਾ ਸ਼ਹੀਦ ਮੰਨੇ। ਦੇਖੋ ਵੀ ਉਹਨਾਂ ਦਾ ਜਿਹੜਾ ਹਿਰਦਾ ਕਿੱਡਾ ਵਿਸ਼ਾਲ ਹੈ। ਉਹ ਛੋਟੀਆਂ ਗੱਲਾਂ 'ਚ ਨਹੀਂ ਵੱਜੇ ਹੋਏ। ਉਹ ਹਿੰਦੁਸਤਾਨ ਨੂੰ ਬੁੱਧ ਦਾ, ਮਹਾਤਮਾ ਬੁੱਧ ਦਾ, ਕ੍ਰਿਸ਼ਨ ਦਾ, ਗੁਰੂ ਨਾਨਕ ਦਾ, ਬਾਬੇ ਫਰੀਦ ਦਾ, ਬਾਬੇ ਕਬੀਰ ਦਾ, ਰਵਿਦਾਸ ਦਾ, ਭਗਤ ਪ੍ਰਹਲਾਦ ਦਾ, ਭਗਤ ਜਿਹੜਾ ਹੈਗਾ ਨਾ ਸਦਾਮੇ ਦਾ ਵੱਡਾ ਭਾਰਤ ਮੰਨਦੇ ਆ। ਔਰ ਭਾਰਤ ਦੇ ਵਸਨੀਕ ਨੂੰ, ਹਰ ਇੱਕ ਨੂੰ, ਧਰਤੀ ਨੂੰ ਪਿਆਰ ਕਰਦੇ ਆ, ਹਿੰਦੁਸਤਾਨ ਨੂੰ ਪਿਆਰ ਕਰਦੇ ਆ, ਸਮਾਜ ਦੇ ਹਰ ਵਿਕਟਮ ਨੂੰ ਪਿਆਰ ਕਰਦੇ ਆ। ਇਸ ਕਰਕੇ ਉਹਨਾਂ ਦਾ ਜਿਹੜਾ ਆਜ਼ਮ ਹੋਣਾ ਹੈ ਉਹ ਇਸ ਗੱਲ ਤੇ ਮੋਹਰ ਲਾਉਂਦਾ ਹੈ। 3 ਘਟਨਾਵਾਂ ਜਿਹੜੀਆਂ ਢਿੱਲੋਂ ਸਾਹਿਬ ਉਹਨਾਂ ਨਾਲ ਜੁੜਦੀਆਂ। ਇੱਕ ਘਟਨਾ ਤਾਂ ਹੈਗੀ ਹੈ ਜਿਹੜੀ ਆਖਰ ਤੇ ਹੁੰਦੀ ਹੈ ਅਸੈਂਬਲੀ 'ਚ ਬੰਬ ਮਾਰਨ ਵਾਲੀ। ਦੂਜੀ ਘਟਨਾ ਜਿਹੜੀ ਸੀਗੀ ਉਹਨਾਂ 'ਚ ਸੌਂਡਰਸ JP DSP ਮੁੰਡਾ ਜਿਹੜਾ ਉਹ ਭਰਤੀ ਹੋ ਕੇ ਗਿਆ ਸੀ ਨਾ ਜੀ, ਉਹਦੀ। ਤੇ ਇੱਕ ਘਟਨਾ ਜਿਹੜੀ ਹੈਗੀ ਆ ਉਹ ਗੱਡੀ ਲੁੱਟਣ ਵਾਲੀ, ਜਿਹੜੀ ਕੋਕਰੀ ਕਾਂਡ ਜਿਹਨੂੰ ਅਸੀਂ ਕਹਿੰਦੇ ਆ ਜੀ। ਉਹਨਾਂ ਸਾਰਿਆਂ ਦਾ ਜੇ ਆਪਾਂ ਟੋਟਲ ਨੈਰੇਟਿਵ ਵੇਖੀਏ, ਭਗਤ ਸਿੰਘ ਦਾ ਵਾਇਲੈਂਸ ਵਿੱਚ ਬਹੁਤ ਬਲੀਵ ਨਹੀਂ ਹੈਗਾ। ਉਹ ਸਾਰਿਆਂ ਦੇ, ਜਿਵੇਂ ਹੁਣ ਫਰਜ਼ ਕਰੋ ਜਿਹੜਾ JP ਸਾਂਡਰਸ ਕਾਂਡ ਦੇ ਜਿਹਦੇ ਕਰਕੇ ਉਹਨਾਂ ਨੂੰ ਫਾਂਸੀ ਮਿਲੀ ਹੈ, ਲਾਹੌਰ ਕਨਸਪੀਰੇਸੀ ਕੇਸ ਜਿਹਨੂੰ ਕਹਿੰਦੇ ਅਸੀਂ, ਉਸ ਕਨਸਪੀਰੇਸੀ ਕੇਸ 'ਚ ਇੱਕ ਨਵਾਂ ਮੁੰਡਾ DSP ਭਰਤੀ ਹੋ ਕੇ ਇੰਡੀਆ ਚਲਾ ਜਾਂਦਾ। ਉਹਦਾ ਪ੍ਰੋਬੇਸ਼ਨਰੀ ਪੀਰੀਅਡ 21 ਸਾਲ ਦਾ ਹੈ, ਸਾਂਡਰਸ ਜੀ। ਔਰ ਸਾਂਡਰਸ ਨੂੰ ਮਾਰਨ ਦਾ ਭਗਤ ਸਿੰਘ ਦਾ ਕੋਈ ਇਰਾਦਾ ਨਹੀਂ ਸੀ। ਸਾਂਡਰਸ ਦੇ ਜਿਹੜੀ ਗੋਲੀ ਵੀ ਹੈ ਨਾ, ਉਹ ਗਲਤੀ ਨਾਲ ਮਾਰੀ, ਉਹ ਰਾਜਗੁਰੂ ਨੇ ਮਾਰੀ ਸੀ। ਸ਼ਿਵਰਾਮ ਰਾਜਗੁਰੂ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ। ਤੇ ਚੰਦਰ ਸ਼ੇਖਰ ਜਿਹੜਾ ਸੀਗਾ, ਜਦੋਂ ਉਹ ਚੰਨਣ ਸਿੰਘ ਸਿਪਾਹੀ ਉਹਨਾਂ ਦੇ ਪਿੱਛੇ ਭੱਜਦਾ ਤਾਂ ਉਹ ਗੋਲੀ ਵੀ ਚੰਨਣ ਸਿੰਘ ਆਪਣੇ ਜਿਹੜੀ ਚੰਦਰ ਸ਼ੇਖਰ ਆਜ਼ਾਦ ਵੱਲੋਂ ਮਾਰੀ ਜਾਂਦੀ ਹੈ। ਇਸ ਲੜਾਈ ਦੇ ਵਿੱਚ ਭਗਤ ਸਿੰਘ ਦਾ ਦੇਖੋ ਉਹਨਾਂ ਦਾ ਸਕਾਟ ਨਾਲ ਇਹ ਸੀਗਾ ਕਿ ਜਦੋਂ ਸਾਈਮਨ ਕਮਿਸ਼ਨ ਆਉਂਦਾ ਤੇ ਇੱਥੇ ਸਾਰੇ ਲੋਕ ਇਕੱਠੇ ਹੋ ਕੇ ਲਾਲਾ ਲਾਜਪਤ ਰਾਏ ਹੋਰੀ ਜਾਂਦੇ ਆ, ਇਹਨਾਂ ਤੇ ਡਾਂਗਾ ਉਹ ਮਾਰਦਾ ਹੈ। ਲਾਲਾ ਲਾਜਪਤ ਰਾਏ ਦੀ ਸ਼ਹੀਦੀ ਹੁੰਦੀ ਹੈ। ਲਾਲਾ ਲਾਜਪਤ ਰਾਏ ਦੀ ਸੋਚ ਤੇ ਭਗਤ ਸਿੰਘ ਦੀ ਸੋਚ ਭਾਵੇਂ ਨਹੀਂ ਸੀ ਮਿਲਦੀ, ਪਰ ਕਿਉਂਕਿ ਭਗਤ ਸਿੰਘ ਨੂੰ ਚੱਕ ਕੇ ਖੜਾਇਆ ਸੀ ਉਹਨਾਂ ਨੇ, ਭਗਤ ਸਿੰਘ ਦੇ ਮਨ 'ਚ ਇਸ ਤਰ੍ਹਾਂ ਦਾ ਪਿਆਰ ਵੀ ਹੈਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੈ, ਇਹਨਾਂ 'ਚ ਤੁਸੀਂ ਕੀ ਫੀਲ ਕਰਦੇ ਹੋ ਕਿ ਜਿਹੜਾ ਭਗਤ ਸਿੰਘ ਦਾ ਇਕੱਲਾ ਵਾਇਲੈਂਟ ਰੋਲ ਨੂੰ ਅਸੀਂ ਬਾਹਲਾ ਨਹੀਂ ਹਾਈਲਾਈਟ ਨਹੀਂ ਕਰ ਸਕਦੇ? ਨਹੀਂ ਜੀ, ਦੇਖੋ ਉਹਨਾਂ ਨੇ ਤਾਂ ਐਕਚੁਅਲੀ ਪਾਰਟੀ 'ਚ ਇਹ ਗੱਲ ਕਹਿ ਵੀ ਦਿੱਤੀ ਸੀਗੀ ਵੀ ਅਸੀਂ ਲੋਕਾਂ ਨੂੰ ਜੋੜਨਾ ਆ, ਤੋੜਨਾ ਨਹੀਂ। ਅਤੇ ਉਹ ਜੋੜਨਾ ਇੱਦਾਂ ਹੀ ਹੋ ਸਕਦਾ ਹੈ ਜੇ ਤੁਸੀਂ ਲੋਕਾਂ 'ਤੇ ਇਹੋ ਜਿਹੇ
ਐਕਸ਼ਨ ਨਾ ਕਰੋ ਜਿਨ੍ਹਾਂ ਨਾਲ ਲੋਕਾਂ ਨੂੰ ਤੁਹਾਡੇ ਤੋਂ ਡਰ ਲੱਗੇ। ਜੀ ਲੋਕਾਂ ਨੂੰ ਇਦਾਂ ਦੇ ਐਕਸ਼ਨ ਹੋਣ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਪਿਆਰ ਆਵੇ, ਲੋਕਾਂ ਨਾਲ ਤੁਹਾਡੀ ਸਿੰਪਥੀ ਬਿਲਕੁਲ ਨਾਲ ਚੱਲੇ। ਜੀ। ਉਹ ਤੇ ਇੰਨਾ ਖਿਆਲ ਕਰਦੇ ਸੀਗੇ ਵੀ ਤੁਹਾਨੂੰ ਪਤਾ ਜਦੋਂ ਉਹਨਾਂ ਨੇ ਲਾਹੌਰੋਂ ਨਿਕਲਣਾ ਸੀਗਾ ਤੇ ਟਾਂਗੇ 'ਚ ਬੈਠੇ ਸੀਗੇ ਤੇ ਉੱਥੇ ਟਾਂਗੇ ਵਾਲਾ ਮੁਸਲਮਾਨ ਸੀਗਾ, ਉਹ ਟਾਂਗਾ ਚਲਾ ਰਿਹਾ ਸੀ ਤੇ ਉਹ ਗੱਲਾਂ ਕਰਦਾ ਕਰਦਾ ਉਹਨੇ ਇਹ ਜ਼ਾਹਰ ਕੀਤਾ ਵੀ ਮੇਰੀ 5-6 ਲੜਕੀਆਂ, ਮੈਂ ਉਹਨਾਂ ਦੀ ਸ਼ਾਦੀ ਕਰੂੰਗਾ, ਪਤਾ ਨਹੀਂ ਕਿੱਦਾਂ ਕਰੂੰ, ਮੇਰਾ ਕੰਮ ਬਿਲਕੁਲ ਹੈ ਨਾ ਜੋ ਵੀ ਆ ਫਿਕਰ ਕਰ ਰਿਹਾ ਸੀਗਾ। ਫਿਰ ਉਹਨਾਂ ਨੂੰ ਖਿਆਲ ਵੀ ਆਇਆ ਤੇ ਨਾਲੇ ਉਹਨਾਂ ਨੇ ਲੋਕਾਂ ਦੀ ਫੀਲਿੰਗ ਵੀ ਗੇਜ ਕਰਨੀ ਸੀ। ਉਹ ਟਾਂਗੇ ਵਾਲੇ ਨੂੰ ਕਹਿੰਦੇ ਰਾਤੀ ਕੱਲ੍ਹ ਮੁੰਡਿਆਂ ਨੇ ਇੱਥੇ ਕੁਛ ਕੰਮ ਕਰ ਦਿੱਤਾ, ਕੋਈ ਕਾਰਾ ਕੀਤਾ ਆ ਜਿਹੜਾ ਕਿ ਆਪ ਹੀ ਕੀਤਾ ਸੀਗਾ। ਤੇ ਕਹਿੰਦਾ ਕਾਰਾ ਕੂਰਾ ਕੀ ਕਰਦਾ, ਜੋ ਇਹ ਕਿਹੋ ਜਿਹੀ ਗੱਲ ਕਰਦਾ ਤੂੰ ਬਾਊ? ਤੇ ਉਹ ਕਹਿੰਦੇ ਨਹੀਂ, ਮੈਂ ਜੇ ਤੈਨੂੰ ਦੱਸ ਦਿਆਂ ਤੇਰੇ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਣਗੀਆਂ, ਤੇ ਬੜਾ ਇਨਾਮ ਭਾਰਾ ਆ, ਤੇ ਮੈਂ ਜੇ ਤੈਨੂੰ ਦੱਸ ਦਿਆਂ ਤੇ ਤੈਨੂੰ ਪੈਸੇ ਮਿਲ ਜਾਣਗੇ। ਹਾਂ ਅੱਛਾ ਸੱਚੀ? ਉਹ ਤੇ ਉਹਨੇ ਟਾਂਗਾ ਖੜਾ ਕਰ ਲਿਆ। ਉਹ ਕਹਿੰਦਾ ਗੱਲ ਸੁਣੇ ਬਾਊ, ਮੈਨੂੰ ਨਹੀਂ ਪਤਾ ਤੂੰ ਕੌਣ ਆ, ਜੇ ਮੁੜ ਕੇ ਉਹਨਾਂ ਦੇ ਖਿਲਾਫ ਇਹੋ ਜਿਹੀ ਗੱਲ ਕੀਤੀ ਇੱਥੇ ਉਤਰ ਜਾ। ਕਹਿੰਦਾ ਅੱਛਾ, ਮੇਰਾ ਮਤਲਬ ਵੀ ਕਿੰਨਾ ਪਿਆਰ ਕਰਦੇ, ਪਬਲਿਕ ਪਿਆਰ ਕਿੰਨਾ ਕਰਦੀ ਸੀ ਉਹਨਾਂ ਦੇ ਐਕਸ਼ਨਾਂ ਦੀ ਵੀ ਮੈਂ ਗੱਲ ਕਰਦਾ ਹਾਂ। ਤੇ ਇਸੇ ਕਰਕੇ ਇਹਨਾਂ ਨੇ ਜਦੋਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਕ੍ਰਿਸ਼ਨ ਦੇ ਮੂੰਹ ਨਿਕਲੇ, ਬਾਬੇ ਨਾਨਕ ਦੇ ਮੂੰਹ ਨਿਕਲੇ ਵਚਨਾਂ ਨੂੰ ਲੋਕੀ ਜ਼ਿਆਦਾ ਵਜ਼ਨ ਦਿੰਦੇ ਆ, ਇਹ ਇਹੋ ਜਿਹੀਆਂ ਵਜ੍ਹਾ ਹੀ ਹੁੰਦੀਆਂ। ਇਸੇ ਕਰਕੇ ਮੈਂ ਤੇ ਕਈ ਵਾਰੀ ਇੱਦਾਂ ਵੀ ਇਸ ਗੱਲ ਨੂੰ ਬਿਆਨ ਕਰੂੰਗਾ ਵੀ ਜਿਹੜੇ ਸਿਤਾਰੇ ਹੁੰਦੇ ਆ, ਭਾਵੇਂ ਉਹ ਆਸਮਾਨ ਦੇ ਹੋਣ, ਭਾਵੇਂ ਉਹ ਹਾਲੀਵੁੱਡ ਦੇ ਹੋਣ, ਭਾਵੇਂ ਉਹ ਬਾਲੀਵੁੱਡ ਦੇ ਹੋਣ, ਸਿਤਾਰੇ ਰਾਹ ਨਹੀਂ ਦਿਖਾਉਂਦੇ। ਸਿਤਾਰੇ ਘੜੀ ਦੀ ਘੜੀ ਤੁਹਾਨੂੰ ਆਪਣੇ ਮਗਰ ਲਾ ਲੈਂਦੇ ਆ ਤੇ ਜਦੋਂ ਕਿ ਤੁਹਾਨੂੰ ਲੱਗਦਾ ਵੀ ਕੋਈ ਰਾਹ ਦੱਸਣਗੇ ਉਦੋਂ ਡਿਸਪੀਅਰ ਹੋ ਜਾਂਦੇ ਆ, ਬਾਅਦ ਲੱਭਦੇ ਨੇ। ਤੇ ਇਹ ਇੱਕ ਸੂਰਜ ਸੀਗਾ ਜਿਹਦਾ ਜਾ ਚੁੱਕਾ, ਭਾਵੇਂ ਜਾ ਵੀ ਚੁੱਕਾ ਹੋਵੇ, ਨਾ ਜਾ ਚੁੱਕਾ ਹੋਵੇ, ਪਰ ਉਹਦੀ ਰੋਸ਼ਨੀ ਹਮੇਸ਼ਾ ਰਹਿੰਦੀ ਹੈ। ਤੇ ਉਹਦੀ ਰੋਸ਼ਨੀ ਦਾ ਹੀ ਮੈਂ ਇੱਕ ਹੋਰ ਬਿਆਨੀ ਕਰਾਂ ਬਈ ਜਦੋਂ ਸੂਰਜ ਅਸਤ ਹੋਣ ਲੱਗਾ ਤੇ ਸੂਰਜ ਨੂੰ ਇਸ ਗੱਲ ਦਾ ਖਿਆਲ ਆਇਆ, ਸੂਰਜ ਨੂੰ ਇਸ ਗੱਲ ਦਾ ਖਾਦਸ਼ਾ ਹੋਇਆ ਵੀ ਮੈਂ ਚਲਾ ਗਿਆ ਤੇ ਹਨੇਰਾ ਹੋ ਜਾਵੇਗਾ। ਤੇ ਉਦੋਂ ਹੀ ਮਜ਼ਦੂਰ ਦੀ ਝੁੱਗੀ ਦਾ ਟਿਮਟਮਾਉਂਦਾ ਦੀਵਾ, ਕਿਸਾਨ ਦੀ ਛੰਨ ਦਾ ਟਿਮਟਮਾਉਂਦਾ ਦੀਵਾ ਬੋਲ ਉੱਠਿਆ, ਕਹਿੰਦਾ ਸੂਰਜਾ ਜਿੰਨਾ ਚਿਰ ਤੇਰੇ ਖਿਆਲ ਮੁੜ ਕੇ ਨਹੀਂ ਆਉਂਦੇ ਉਹਨਾਂ ਚਿਰ ਮੈਂ ਤੇਰੀ ਕਿਰਨ ਦੀ ਜਿਹੜੀ ਰੋਸ਼ਨੀ ਸਾਂਭ ਕੇ ਰੱਖੀ ਹੋਈ ਹੈ ਇਸ ਦੀਵੇ 'ਚ, ਉਹ ਮੈਂ ਰੋਸ਼ਨੀ ਲੋਕਾਂ ਤੱਕ ਪਹੁੰਚਾਉਂਦਾ ਰਹਾਂਗਾ। ਵਾਹ ਵਾਹ। ਉਹ ਹੁਣ ਬਿਜਲੀ ਦੀ ਸ਼ਕਲ 'ਚ ਗਰਜ ਰਹੀ ਆ। ਉਹ ਵਾਪਸ ਆਉਣ ਦੀ ਗੱਲ ਤਾਂ ਇਹ ਆ ਹੈ ਜੀ। ਤੇ ਬਾਕੀ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਵੀ ਉਹਨਾਂ ਦੀ ਜਿਹੜੀ ਇਹ ਐਬਿਲਿਟੀ ਸੀ ਉਹ ਇੱਦਾਂ ਕਿੱਦਾਂ ਬਣੀ, ਉਹਨਾਂ ਨੂੰ ਜਿਹੜੇ ਜੇਲ੍ਹ ਵਿੱਚ ਬੈਠਿਆਂ 265 ਕਿਤਾਬਾਂ ਪੜ੍ਹੀਆਂ। ਤੁਸੀਂ ਮੈਨੂੰ ਪੁੱਛੋਗੇ ਵੀ ਲੈ ਵੀ ਭਾਈ ਤੂੰ ਐਵੇਂ ਗੱਲ ਕਰੀ ਜਾਂਦਾ, ਤੂੰ 266 ਕਹਿ ਦੇ, 250 ਕਹਿ ਦੇ, ਸਾਨੂੰ ਕੀ ਪਤਾ। ਉਹਦਾ ਪ੍ਰਮਾਣ ਇਹ ਮਿਲਦਾ ਵੀ ਉਹਨਾਂ ਦੀ ਜੇਲ੍ਹ ਡਾਇਰੀ ਆ, ਉਹ ਹੁਣ ਆਮ ਲੋਕਾਂ 'ਚ ਜਾ ਚੁੱਕੀ ਆ। ਜੇਲ੍ਹ ਲਿਖਿਆ ਸਾਰਾ ਜੀ। ਹਾਂਜੀ ਹਾਂ, ਉਹਦੇ 'ਚ ਲਿਖਿਆ ਹੋਇਆ, ਉਹਨਾਂ ਦੇ ਨੋਟ ਲਏ ਹੋਏ ਆ। ਤੇ ਉਹ ਬਲਕਿ ਜੇਲਰ ਉਹਨਾਂ ਨੂੰ ਜਦੋਂ ਫਾਂਸੀ ਦਾ ਹੁਕਮ ਹੋ ਚੁੱਕਾ ਸੀਗਾ ਤੇ ਉਹ ਥੋੜ੍ਹੇ ਜਿਹੇ ਫਰੈਂਡਲੀ ਵੀ ਹੋ ਚੁੱਕੇ ਸੀਗੇ ਵੀ ਹੁਣ ਚੜਤ ਸਿੰਘ ਸੀ ਨਾ, ਉਹ ਵੀ ਸੀਗਾ, ਪਰ ਨਹੀਂ ਉਹ ਤੇ ਸੀਗਾ ਛੋਟਾ ਸੀਗਾ। ਜਿਹੜਾ ਜੇਲਰ ਸੀਗਾ ਉਹ ਬੜਾ ਸੀ, ਉਹ ਸੀਗਾ ਹੋਰ ਬੰਦਾ, ਜੇਲ੍ਹ ਵਾਰਡਨ ਸੀ ਚੜਤ ਸਿੰਘ। ਆਹੋ ਰਾਈਟ। ਤੇ ਉਹ ਨਾ ਉਹ ਇੱਕ ਦਿਨ ਕਹਿੰਦੇ ਉਹਨੂੰ ਹੱਸ ਕੇ ਵੀ ਭਗਤ ਸਿਆ ਤੂੰ ਹਰ ਰੋਜ਼ ਹੀ ਸਾਨੂੰ ਇੰਨੀ ਲਿਸਟ ਪੜ੍ਹਾ ਦੇਣਾ ਵੀ ਆਹ ਲਾਇਬ੍ਰੇਰੀ 'ਚੋਂ ਲਿਆਓ ਕਿਤਾਬਾਂ, ਕਿਉਂਕਿ ਉਹਨਾਂ ਨੇ ਇਹ ਜਿਹੜਾ ਸੀਗਾ ਨਾ ਬੈਨੀਫਿਟ ਜੇਲਰਾਂ ਲਈ ਉਹਨਾਂ ਨੇ ਵਿਨ ਕੀਤਾ ਸੀ, ਜਿਹੜੀ ਭੁੱਖ ਹੜਤਾਲ ਕੀਤੀ ਸੀ ਨਾ 114-16 ਦਿਨ ਦੀ ਜੀ, ਉਹ ਉਹਨਾਂ ਨੇ ਕੀਤੀ, ਉਹਨਾਂ ਨੇ ਲੈ ਕੇ ਦਿੱਤੇ। ਉਹ ਉਸ ਬੈਨੀਫਿਟ ਨੂੰ ਵਰਤ ਰਹੇ ਸੀਗੇ ਤੇ ਉਹਨਾਂ ਨੇ ਰੋਜ਼ ਲੈ ਕੇ ਲਿਸਟ ਵੀ ਫਲਾਨੀ ਲਾਇਬ੍ਰੇਰੀ 'ਚੋਂ ਕਿਤਾਬਾਂ ਪਈ, ਉਹ ਮੇਰੇ ਲਈ ਲੈ ਕੇ ਆਓ, ਮੈਂ ਪੜ੍ਹਨੀ ਆ। ਤੇ ਉਹ ਕਹਿੰਦੇ ਵੀ ਤੂੰ ਪੜ੍ਹਦਾ ਵੀ ਹੁੰਦਾ ਕਿ ਸਾਨੂੰ ਤੰਗ ਕਰਨ ਲਈ ਇਹ ਕੀਤੀਆਂ ਹੋਈਆਂ ਗੱਲਾਂ ਇਹ ਬਣਾ ਕੇ ਦੇ ਦੇਣਾ। ਉਹ ਕਹਿੰਦੇ ਗੱਲ ਸੁਣੋ, ਇੱਕ ਤਾਂ ਹੁੰਦੀ ਮੋਹਰੇ ਬੰਦਾ ਕਿਤਾਬ ਪੜ੍ਹਦਾ ਆ ਤੇ ਮੈਨੂੰ ਤੁਸੀਂ ਪਿਛਲੇ ਪਾਸਿਓਂ ਪੁੱਛ ਲਓ, ਮੈਂ ਪਿਛਲੇ ਪਾਸੇ ਤੁਹਾਨੂੰ ਮੋਹਰ ਨੂੰ ਪੜ੍ਹ ਦੂੰਗਾ। ਇੰਨੀ ਮਤਲਬ ਇੰਨੀ ਇੰਟੈਲੀਜੈਂਸ, ਹੀ ਵਾਜ਼ ਸੋ ਇੰਟੈਲੀਜੈਂਟ, ਹੀ ਵਾਜ਼ ਸੋ ਇੰਟੈਲੀਜੈਂਟ। ਮੈਂ ਤੁਹਾਨੂੰ ਕਈ ਵਾਰੀ ਅੱਗੇ ਵੀ ਕਿਹਾ ਵੀ ਉਹਨਾਂ ਨੇ ਦੇਖੋ ਜੀ ਬੜੀ ਉਹ ਅਟਰੈਕਟਿਵ ਸ਼ਕਲ ਸੀਗੀ,
ਹੈਂਡਸਮ ਸੀਗੇ, ਬੜੀ ਉਹ ਨੌਜਵਾਨੀ 'ਚ ਸੀਗੇ। ਹੀ ਵਾਜ਼ ਓਨਲੀ 23 years, Yeah. ਹੀ ਸਟਿਲ ਇਜ਼ 23 years, Yeah. ਹੈ ਨਾ। ਅਤੇ ਉਹ ਇੰਟੈਲੀਜੈਂਟ ਇੰਨੇ ਸੀਗੇ ਬਈ ਉਹਨਾਂ ਨੂੰ ਇੱਦਾਂ ਗੱਲ ਯਾਦ ਹੋ ਜਾਂਦੀ ਸੀ, ਇੱਦਾਂ ਗੱਲ ਇੱਕਦਮ ਸਾਰੀਆਂ ਗੱਲਾਂ ਨੂੰ ਆਪਣੀ ਮੈਮਰੀ 'ਚ ਗ੍ਰਹਿਣ ਕਰ ਲੈਂਦੇ ਸੀਗੇ। ਅਤੇ ਉਹਨਾਂ ਨੇ ਡਰ 'ਤੇ ਫਤਿਹ ਪਾ ਲਈ ਸੀ, ਮੌਤ 'ਤੇ ਫਤਿਹ ਪਾ ਲਈ ਸੀ। ਉਹਨਾਂ ਨੇ ਸਵਾਰਥ 'ਤੇ ਫਤਿਹ ਪਾ ਲਈ ਸੀ, ਉਹ ਨਿਰਸਵਾਰਥ ਸੀਗੇ। ਉਹਨਾਂ ਨੇ ਨਫ਼ਰਤ 'ਤੇ ਫਤਿਹ ਪਾ ਲਈ ਸੀ। ਇਹ ਬੰਦੇ ਤੋਂ ਇਹ ਤੋਂ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਉਹਨੂੰ ਸ਼ਹੀਦ ਆਜ਼ਮ ਨੇ ਬਣਾਉਣਗੀਆਂ? ਉਹ ਸ਼ਹੀਦ ਆਜ਼ਮ ਸੀ। ਢਿੱਲੋਂ ਸਾਹਿਬ, ਤੁਹਾਡੀਆਂ ਗੱਲਾਂ ਸੁਣਨ ਨੂੰ ਜੀ ਕਰਦਾ, ਮੇਰਾ ਵਿੱਚ ਬੋਲਣ ਨੂੰ ਜੀ ਨਹੀਂ ਕਰਦਾ ਕਿ ਮੈਂ ਜਦ ਤੁਸੀਂ ਗੱਲਬਾਤ ਕਰ ਰਹੇ ਨਾ, ਬੜਾ ਕੁਝ ਦੇਖੋ ਜਿਹੜੀਆਂ ਥੋੜੀਆਂ ਗੱਲਾਂ ਨਾ ਕੁਝ ਆਪਾਂ ਰਲਵੀਆਂ ਮਿਲਵੀਆਂ ਇਸ ਕਰਦੇ ਆ। ਜਿਹੜਾ ਆਪਾਂ ਜਿਹੜੀ ਉਹ ਅਸੈਂਬਲੀ ਤੇ ਬੰਬ ਵਾਲੀ ਘਟਨਾ ਵੀ ਹੈ ਨਾ, ਜਦੋਂ ਉਹ ਚਲੇ ਜਾਂਦੇ ਆ ਨਾ, ਆਪਣਾ ਬੰਬ ਮਾਰਨ ਦੀ ਗੱਲ ਇਹ ਚੱਲੀ ਕਿ ਇੱਕ ਫਰਾਂਸ ਦਾ ਬੰਦਾ ਸੀਗਾ, ਰੈਵੋਲੂਸ਼ਨ ਵੇਲੀਐਂਟ ਵੇਲਾਂ ਕਰਕੇ ਬੋਲਦਾ ਸੀਗਾ। ਉਹ ਬੁਰਜੂਆ ਕਲਾਸ ਦੇ ਬੜਾ ਖਿਲਾਫ ਸੀ, ਉਹ ਬੁਰਜੂਆ ਕਰਪਸ਼ਨ ਦੇ ਖਿਲਾਫ ਸੀ। ਉਹ ਕਹਿੰਦਾ ਜਿਹੜੇ ਪੋਲੀਟੀਕਲ ਲੋਕ ਹੈ ਨਾ, ਉਹ ਨਾ, ਜਿਵੇਂ ਸਾਡੇ ਹਾਊਸ ਆਫ ਕਾਮਨਸ ਹੈ ਨਾ ਇੱਥੇ ਜਾਂ ਇੰਗਲੈਂਡ 'ਚ, ਸਾਡੇ ਮੈਂਬਰ ਆਫ ਪਾਰਲੀਮੈਂਟ ਨੇ, ਉੱਥੇ ਪਾਰਲੀਮੈਂਟ ਆ, ਉੱਥੇ ਜਿਹੜੀ ਨਾ ਚੈਂਬਰ ਆਫ ਡਿਪਟੀਜ਼ ਰੂਲ ਕਰਦੀ ਹੈ ਫਰਾਂਸ 'ਚ। ਉਹ ਕਹਿੰਦੇ ਜਿਹੜੇ ਚੈਂਬਰ ਆਫ ਡਿਪਟੀਜ਼ ਦੇ ਲੀਡਰ ਹੈ, ਜਾਣੀ ਜਿਹੜੇ ਪ੍ਰਧਾਨ ਮੰਤਰੀ ਨੇ, ਇਹ ਕਰਪਟ ਹੋ ਗਿਆ, ਇਹ ਅਮੀਰ ਕਲਾਸ ਹੈ, ਬੁਰਜੂਆ ਕਲਾਸ ਹੈ, ਸਾਮਰਾਜਵਾਦੀ ਕਲਾਸ ਹੈ। ਉਹ ਕਹਿੰਦਾ ਮੈਂ ਇਹਨਾਂ ਨੂੰ ਅਕਲ ਸਿਖਾਉਣੀ ਹੈ। ਤਾਂ ਉਹਨੇ 1893 'ਚ ਉਹਦੇ ਖਿਲਾਫ ਅਸੈਂਬਲੀ ਦੇ ਵਿੱਚ ਇੱਕ ਉਹ ਬੰਬ ਮਾਰਦਾ। ਉਹਨੂੰ ਅਨਾਰਕਿਸਟ ਕਹਿੰਦੇ ਸੀ ਕਿ ਇਹ ਅਨਾਰਕਿਸਟ ਹੈ। ਬੇਸਿਕਲੀ ਉਹ ਬੁਰਜੂਆ ਕਲਾਸ ਦੇ ਖਿਲਾਫ ਸੀਗਾ। ਉਹ 'ਚ ਵੀ 20 ਬੰਦੇ ਜ਼ਖਮੀ ਹੋਏ ਸੀ। ਤਾਂ ਉੱਥੇ ਉਹਨੇ ਇਹ ਕਿਹਾ ਸੀ ਕਿ ਮੈਂ ਰੌਲਾ ਪਾਉਣਾ। ਉਹਦੀ ਤਰਜ਼ ਦੇ ਉੱਤੇ ਬਟਕੇਸ਼ਵਰ ਦੱਤ ਨੇ ਤੇ ਸਰਦਾਰ ਭਗਤ ਸਿੰਘ ਹੋਰਾਂ ਨੇ ਅਸੈਂਬਲੀ 'ਚ ਬੰਦੇ ਮਾਰਨ ਲਈ ਬੰਬ ਨਹੀਂ ਮਾਰਿਆ, ਔਰ ਨਾ ਹੀ ਕਿਸੇ ਨੂੰ ਜਾਨੀ ਨੁਕਸਾਨ ਉਹ ਬਚਾਉਣਾ ਚਾਹੁੰਦੇ ਸੀ ਜੀ। ਉਹ ਬੰਬ ਵੀ ਇਸ ਕਿਸਮ ਦਾ ਹੀ ਸੀਗਾ ਕਿ ਧੂੰਆਂ ਜ਼ਿਆਦਾ ਕਰਦਾ ਸੀਗਾ। ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਬੋਲੀ ਸਰਕਾਰ ਨੂੰ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਲਈ ਇਹ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਵੀ ਜੇ ਤੁਸੀਂ ਨੌਜਵਾਨੋ, ਬੇਸਿਕਲੀ ਇਹ ਕਿਰਿਆ ਜਿਹੜੀ ਹੈ ਨਾ, ਇਹ ਰੀਪ੍ਰਜੈਂਟ ਕਰਦੀ ਹੈ ਨੌਜਵਾਨਾਂ ਨੂੰ, ਕਿ ਨੌਜਵਾਨ ਉਠਾ ਸਕਦੇ ਆ ਸੁੱਤੀ ਸਰਕਾਰ ਨੂੰ। ਇਹਨਾਂ 'ਚ ਇੱਕ ਬਲ ਹੁੰਦਾ ਜੀ, ਜੇ ਉਹ ਸਿੱਧੇ ਪਾਸੇ ਲੱਗ ਜੇ ਤਾਂ ਫਿਰ ਬਟਕੇਸ਼ਵਰ ਦੱਤ ਜਿਹੜਾ ਹੈ ਉਹ ਤੇ ਭਗਤ ਸਿੰਘ ਬੰਬ ਸਿੱਟਦੇ ਆ ਔਰ ਉੱਥੇ ਨਾਅਰੇ ਮਾਰਦੇ ਆ, ਵਿਲਿੰਗਲੀ ਸਰੈਂਡਰ ਕਰਕੇ ਗ੍ਰਿਫਤਾਰੀ ਦਿੰਦੇ ਆ। ਫਿਰ ਉੱਥੇ ਦਿੱਲੀ ਉਹਨਾਂ ਨੂੰ ਰੱਖਿਆ ਜਾਂਦਾ ਹੈ। ਤਾਂ ਫਿਰ ਜਦੋਂ ਉਹਨਾਂ ਨੂੰ ਲਾਹੌਰ ਲੈ ਕੇ ਆਇਆ ਤਾਂ ਫਿਰ ਇੱਥੇ ਇਹਨਾਂ 'ਤੇ ਲਾਹੌਰ ਕੌਂਸਪੀਰੇਸੀ ਵਾਲਾ ਮੁਕੱਦਮਾ ਚੱਲਦਾ ਹੈ। ਉਹਨਾਂ ਦਾ ਪ੍ਰਾਣਨਾਥ ਮੇਰੇ ਖਿਆਲ 'ਚ ਵਕੀਲ ਸੀਗੇ, ਪ੍ਰਾਣਨਾਥ ਮਹਿਤਾ। ਇੱਕ ਗੱਲ ਜ਼ਿਕਰ ਹੋਰ ਆਉਂਦਾ ਹੈ ਕਿ ਲਾਰਡ ਇਰਵਿਨ ਦੀ ਤੇ ਮਹਾਤਮਾ ਗਾਂਧੀ ਦੀ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਲਾਰਡ ਇਰਵਿਨ ਕਹਿੰਦਾ ਹੈ ਕਿ ਸਰਦਾਰ ਭਗਤ ਸਿੰਘ ਤਾਂ ਬਹੁਤ ਵੱਡਾ ਨਾਂ ਹੈ ਉਦੋਂ ਜੀ। ਉਹਨਾਂ ਦੀ ਜਿਹੜੀ CID ਦੀ ਰਿਪੋਰਟ ਹੈ ਉਹ ਕਹਿੰਦੀ ਕਿ ਪੰਜਾਬ ਔਰ ਖਾਸ ਤੌਰ ਤੇ ਬੰਗਾਲ ਕੰਟਰੋਲ 'ਚ ਨਹੀਂ ਰਹਿਣਾ। ਜੇ ਫਾਂਸੀ ਦਿੱਤੀ ਗਈ ਤਾਂ ਹੋ ਸਕਦਾ ਗੋਰਿਆਂ ਨੂੰ ਇੰਡੀਆ ਛੱਡ ਕੇ ਭੱਜਣਾ ਪੈ ਜੇ ਜੀ। ਤਾਂ ਉਹਦੇ ਬੇਸਡ ਲਾਰਡ ਇਰਵਿਨ ਕਹਿੰਦਾ ਕਿ ਅਸੀਂ ਫਾਂਸੀ ਦੀ ਸਜ਼ਾ ਮਾਫ ਕਰ ਦਿੰਦੇ ਹਾਂ, ਭਗਤ ਸਿੰਘ ਨੂੰ ਮਾਫੀਨਾਮਾ ਲਿਖ ਕੇ ਦੇਣਾ ਪੈਣਾ ਹੈ ਜੀ। ਤਾਂ ਗਾਂਧੀ ਕਹਿੰਦੇ ਕਿ ਮੈਂ ਉਹਨਾਂ ਦੇ ਪੁੱਛੇ ਬਿਨਾਂ ਇਹ ਫੈਸਲਾ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਬਹੁਤ ਪ੍ਰਸਿੱਧ ਵਕੀਲ ਸੀਗੇ, ਮੇਰੇ ਖਿਆਲ ਸਪਰੂ, ਤੇਜ ਬਹਾਦਰ ਸਪਰੂ, ਮੇਰਾ ਖਿਆਲ ਅਰੁਣ ਆਸਫ ਅਲੀ ਸੀ। ਹਾਂਜੀ, ਇੱਕ ਸਪਰੂ ਸਾਹਿਬ ਦਾ ਨਾਮ ਵੀ ਆਉਂਦਾ ਹੈ, ਕਾਂਗਰਸ ਦੇ ਲੀਡਰ ਸੀਗੇ। ਉਹਨਾਂ ਨੂੰ ਸਪਰੂ ਸਾਹਿਬ ਨੇ ਆ ਕੇ ਫਿਰ ਪੁੱਛਿਆ ਜੇਲ੍ਹ 'ਚ ਵੀ ਤੁਸੀਂ ਮਾਫੀ ਮੰਗ ਲਓ। ਉਹ ਕਹਿੰਦੇ ਫਿਰ ਮੇਰੇ ਮਾਫੀ ਮੰਗਣ ਨਾਲ ਲੋਕਾਂ ਦਾ ਵਿਸ਼ਵਾਸ ਟੁੱਟ ਜਾਣਾ ਜੀ। ਅਸੀਂ ਤਾਂ ਹਿੰਦੁਸਤਾਨ ਆਜ਼ਾਦ ਕਰਾਉਣ ਵਾਸਤੇ ਨੌਜਵਾਨਾਂ ਨੂੰ ਉਠਾਉਣਾ, ਸੋ ਮੇਰੀ ਜਿਹੜੀ ਫਾਂਸੀ ਤਾਂ ਜ਼ਰੂਰੀ ਹੈ ਜੀ। ਹੈ ਜੀ। ਉਹ 64 ਦਿਨ ਦੀ ਭੁੱਖ ਹੜਤਾਲ ਜਿਹੜੀ ਰੱਖੀ ਸੀ ਨਾ, ਬਟਕੇਸ਼ਵਰ ਦੱਤ, ਉਹਦੇ 'ਚ ਉਹਨੂੰ TB ਹੋ ਗਈ ਸੀ, ਟਿਊਬਰਕਲੋਸਿਸ ਹੋ ਗਿਆ ਸੀ, ਉਹਦੇ ਕਰਕੇ ਉਹਨੂੰ ਫਿਰ ਉਮਰ ਕੈਦ ਦਿੱਤੀ ਸੀ ਜੀ। ਤੇ ਭਗਤ ਸਿੰਘ ਨੂੰ ਹੋਰਾਂ ਨੂੰ ਫਾਂਸੀ ਦਿੱਤੀ ਗਈ ਸੀ। ਫਾਂਸੀ ਦੇ ਬਾਰੇ ਮੈਂ ਸਮਾਂ ਥੋੜ੍ਹਾ ਕਿ ਢਿੱਲੋਂ ਸਾਹਿਬ ਤੋਂ ਗੱਲ ਕਰਾਂਗੇ। ਜਿਹੜਾ ਚੜ੍ਹਤ ਸਿੰਘ ਹੈਗਾ ਵਾਰਡਨ ਜੇਲ੍ਹ ਦਾ, ਉਹ ਕਹਿੰਦਾ ਕਿ ਪਹਿਲਾਂ ਜਦੋਂ ਕਿਹਾ ਵੀ ਪਹਿਲਾਂ ਕਿਹਨੇ ਮਰਨਾ ਹੈ, ਤੇ ਫਿਰ ਕਹਿੰਦੇ ਸੁਖਦੇਵ ਨੇ ਕਿਹਾ ਵੀ ਭਗਤ ਸਿੰਘ ਮੈਨੂੰ ਨੰਬਰ ਦੇ, ਤੂੰ ਐਂ ਨਾ ਕਰ। ਤੇ ਉਹ ਸਾਰਿਆਂ ਦੇ ਭਾਰ ਵੱਧ ਗਏ ਹੈ ਫਾਂਸੀ ਤੱਕ, ਮਤਲਬ ਇੰਨੇ ਹੌਸਲੇ 'ਚ ਰਹੇ ਆ। ਸੁਖਦੇਵ ਨੂੰ ਫਿਰ ਪਹਿਲਾਂ ਰੱਸੀ ਕਹਿੰਦੇ, ਸੁਖਦੇਵ ਨੇ ਕਿਹਾ ਵੀ ਭਗਤ ਸਿੰਘ ਐਂ ਨਾ ਕਰ, ਤੂੰ ਸਾਰੀਆਂ ਗੱਲਾਂ 'ਚ ਲੀਡਰਾਂ ਤੂੰ ਮੈਨੂੰ ਨੰਬਰ ਦੇ। ਫਿਰ ਭਗਤ ਸਿੰਘ ਨੂੰ ਕਹਿੰਦਾ ਵੀ ਛੋਟੇ ਭਰਾ ਤੂੰ ਮੂਹਰੇ ਹੋ ਜਾ। ਪਹਿਲੀ ਫਾਂਸੀ ਸੁਖਦੇਵ ਨੂੰ ਦਿੱਤੀ ਹੈ, ਫਿਰ ਭਗਤ ਸਿੰਘ ਨੂੰ, ਤੇ ਫਿਰ ਤੀਜੀ ਰਾਜਗੁਰੂ। ਅੱਛਾ, ਪਰਿਵਾਰ ਇਹ ਏਡਾ ਵੱਡਾ ਖੁੱਲ੍ਹਾ ਹੈ ਵੀ ਜਦੋਂ ਲਾਸ਼ਾਂ ਉਹਨਾਂ ਨੇ ਦਿੱਤੀਆਂ ਨਾ ਸੜੀਆਂ, ਉਹ ਕਹਿੰਦੇ ਵੀ ਵਾਰਸ ਲਾਸ਼ਾਂ ਲੈ ਜਾਓ। ਕਹਿੰਦੇ ਸਰਦਾਰ ਕਿਸ਼ਨ ਸਿੰਘ ਏਡਾ ਬੰਦਾ ਖੁੱਲ੍ਹਾ ਸੀਗਾ, ਉਹ ਕਹਿੰਦਾ ਮੇਰੇ ਪੁੱਤ ਆ ਤਿੰਨੇ, ਮੈਨੂੰ ਤਾਂ ਲੱਗਦਾ ਨਹੀਂ ਕੋਈ ਫਰਕ ਹੈ ਇਹਨਾਂ 'ਚ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਨਾ ਕੁਝ ਮਾਤਾ ਨਾਲ ਜਿਹੜਾ ਵਾਰਤਾਲਾਪ ਹੈ ਉਹ ਅਸੀਂ ਢਿੱਲੋਂ ਸਾਹਿਬ ਤੋਂ ਹਾਂਜੀ, ਢਿੱਲੋਂ ਸੁਣਾਂਗੇ। ਸਾਹਿਬ। ਵੀ ਉਹ ਮਾਤਾ ਨੂੰ ਕੀ ਕਹਿੰਦੇ ਵੀ ਤੂੰ ਭਾਈ ਕਿਉਂ ਨਹੀਂ ਆਉਣਾ। ਹਾਂ ਬੇਬੇ ਜੀ ਨੂੰ ਇਹ ਸੀਗਾ ਵੀ ਮੇਰਾ ਪੋਤਿਆ, ਉਹ ਕਹਿੰਦੇ ਵੀ ਬੇਬੇ ਮੇਰੀ ਇੱਕ ਆਖਰੀ ਖਾਸ਼ ਆ ਵੀ ਤੂੰ ਮੈਨੂੰ ਲੈਣ ਆਏ, ਕਹਿੰਦੇ ਮੇਰਾ ਹੱਕ ਬਣਦਾ ਲਾਸ਼ ਲੈਣ ਨਾ ਹੈ ਨਾ, ਤੇ ਮੇਰਾ ਹੱਕ ਬਣਦਾ, ਮੈਂ ਕਿਉਂ ਨਾ ਆਵਾਂ। ਉਹ ਕਹਿੰਦੇ ਵੀ ਮੈਂ ਚਲਾ ਵੀ ਜਾਵਾਂ ਪਰ ਮੈਨੂੰ ਇਹ ਚੰਗਾ ਨਹੀਂ ਲੱਗੂਗਾ ਵੀ ਜੇ ਬਾਅਦ 'ਚ ਵੀ ਲੋਕੀ ਇਹ ਕਹਿਣ, ਜਦੋਂ ਤੁਸੀਂ ਦੇਖੋਗੇ ਮੇਰੀ ਲਾਸ਼ ਤੇ ਤੁਹਾਡਾ ਰੋਣ ਨਿਕਲ ਜਾਊਗਾ, ਰੋਣਾ ਨਹੀਂ, ਤੇ ਰੋਣਾ ਮੈਂ ਬਰਦਾਸ਼ਤ ਨਹੀਂ ਕਰਦਾ, ਤੇ ਇਸ ਕਰਕੇ ਤੁਸੀਂ ਲਾਸ਼ ਨਾ ਲੈਣ ਆਇਓ। ਇਸ ਗੱਲ ਨੂੰ ਮੈਂ ਇਸ ਗੱਲ ਨਾਲ ਇਦਾਂ ਜੋੜਦਾ, ਸਤਯੁਗ ਦੇ ਜ਼ਮਾਨੇ 'ਚ ਕਿਹਾ ਜਾਂਦਾ, ਸਤਯੁਗ ਦੇ ਜ਼ਮਾਨੇ 'ਚ ਇਹ ਇੱਕ ਗੱਲ ਹੁੰਦੀ ਆ ਹਿਸਟਰੀ ਦੀ, ਇੱਕ ਮਾਈਥੋਲੋਜੀ ਦੀ ਹੁੰਦੀ। ਮਾਈਥੋਲੋਜੀ ਉਹ ਹੁੰਦੀ ਆ ਜਿਹੜੀ ਗੱਲ ਦੀ ਪ੍ਰੂਫ ਨਾ ਹੋਵੇ ਪਰ ਹੋ ਸਕਦਾ ਉੱਥੇ ਸਹੀ ਹੋਵੇ। ਉਹ ਸਤਯੁਗ ਦੇ ਜ਼ਮਾਨੇ 'ਚ ਰਾਜਾ ਬਲ ਸੀਗਾ, ਉਹਦੇ ਬਾਰੇ ਸੁਣਿਆ ਗਿਆ ਸੀਗਾ ਵੀ ਉਹ ਕਿਸੇ ਨੂੰ ਨਾ ਨਹੀਂ ਸੀ ਕਰਦਾ, ਕੋਈ ਵੀ ਅਗਲਾ ਆ ਕੇ ਆਪਣੀ ਰਿਕੁਐਸਟ ਕਰੇ ਉਹ ਪੂਰੀ ਕਰਦਾ ਸੀਗਾ। ਤੇ ਇੱਥੋਂ ਤਾਂ ਹੀ ਹੋ ਗਿਆ ਵੀ ਦੇਵਤਿਆਂ 'ਤੇ ਵੀ ਇਹ ਗੱਲ ਚਲੀ ਗਈ ਵੀ ਉਹ ਤੇ ਬਹੁਤ ਬੰਦਾ ਦਾਨੀ ਹੈ ਤੇ ਸਭ ਕੁਝ ਕਰਦਾ ਹੈ ਹਰ ਇੱਕ ਲਈ, ਤੇ ਇਹਦਾ ਇਹ ਗੁਮਾਨ ਤੋੜਨਾ ਚਾਹੀਦਾ। ਉਹਨਾਂ ਨੇ ਕਹਿੰਦੇ ਨਾਰਾਇਣ ਨੂੰ ਕਿਹਾ ਤੇ ਨਾਰਾਇਣ ਮੰਨ ਗਏ। ਨਾਰਾਇਣ ਕਹਿੰਦੇ ਮੈਂ ਆਪ ਜਾਣਾ ਉਹਨੂੰ ਦੇਖਦਾ। ਉਹ ਜਦੋਂ ਆਏ ਨਾਰਾਇਣ ਤੇ ਛੋਟਾ ਜਿਹਾ ਬੱਚਾ ਬਣ ਗਏ ਤੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉਹਨੇ ਖੋਲ੍ਹਦਾ ਦਰਵਾਜ਼ਾ, ਉਹਨੇ ਦੇਖਿਆ ਤੇ ਛੋਟਾ ਜਿਹਾ ਬੱਚਾ ਆ। ਤੇ ਉਹ ਰਾਜਾ ਬਲ ਕਹਿੰਦਾ ਜੀ ਦੱਸੋ। ਉਹ ਕਹਿੰਦਾ ਜੀ ਮੈਂ ਸੁਣਿਆ ਤੁਸੀਂ ਹਰ ਇੱਕ ਦੀ ਰਿਕੁਐਸਟ ਪੂਰੀ ਕਰਦੇ ਆ। ਕਹਿੰਦੇ ਜੀ ਹਾਂ ਮੈਂ ਕੋਸ਼ਿਸ਼ ਕਰਦਾ। ਤੇ ਕਹਿੰਦੇ ਜੇ ਮੈਂ ਕੁਛ ਮੰਗਾਂ ਤੇ ਫਿਰ ਤੁਸੀਂ ਕਰੋਗੇ? ਕਹਿੰਦਾ ਮੈਂ ਕੋਸ਼ਿਸ਼ ਕਰੂੰਗਾ, ਮੈਂ ਕਰੂੰਗਾ, ਹਾਂਜੀ। ਜਦੋਂ ਉਹਦੇ ਮੂੰਹ ਇਹ ਗੱਲ ਨਿਕਲੀ ਵੀ ਫਿਰ ਮੈਂ ਕਰੂੰਗਾ, ਤੇ ਉਹ ਨਾਰਾਇਣ ਸੀਗੇ, ਉਹ ਛੋਟੇ ਬੱਚੇ ਸੀ, ਉਹਨਾਂ ਨੇ ਆਪਣਾ ਰੂਪ ਜ਼ਾਹਰ ਕਰ ਲਈ। ਕਹਿੰਦੇ ਜਿੱਦਾਂ ਗੱਲ ਦੱਸੀ ਜਾਂਦੀ ਆ, ਗੱਲ ਦਾ ਨਿਚੋੜ ਹੁੰਦਾ, ਉਹਨੇ ਲੱਤ ਕਹਿੰਦੇ ਆਪਣੀ ਇੱਕ ਚੁੱਕ ਕੇ ਤੇ ਸਮਾਨ ਨੂੰ ਲਾਤੀ। ਇਹ ਦੱਸ ਦਿੱਤਾ ਵੀ ਮੈਂ ਛੋਟਾ ਬੱਚਾ ਨਹੀਂ ਗਾ, ਮੈਂ ਕੁਛ ਹੋਰ ਆ। ਤੇ ਉਹਨੂੰ ਪਤਾ ਲੱਗ ਗਿਆ ਮੇਰਾ ਟਾਈਮ ਆ ਗਿਆ। ਉਹ ਕਹਿੰਦਾ ਜੀ ਹਾਂ ਮੈਂ ਇਹ ਵੀ ਕਿਹਾ ਸੀ ਵੀ ਤੁਸੀਂ ਜੇ ਨਾ ਕਰ ਸਕਣ ਤੇ ਜੋ ਮਰਜ਼ੀ ਕਰ ਲਿਓ। ਤੇ ਉਹ ਕਹਿੰਦਾ ਚੰਗਾ ਫਿਰ ਤਿਆਰ ਹੋ ਜਾ, ਅੱਜ ਸ਼ਾਮ ਨੂੰ ਤੇਰੀ ਮੌਤ ਆ, ਤੇਰਾ ਟਾਈਮ ਹੋ ਗਿਆ ਪੂਰਾ। ਤੇ ਕਹਿੰਦੇ ਮਾਂ ਉਹਦੀ ਸ਼ਹਿਰ ਦੇ ਵਿੱਚ ਗਾਉਂਦੀ ਜਾਵੇ, ਗਾਉਂਦੀ ਜਾਵੇ, ਹੱਸਦੀ ਜਾਵੇ, ਖੁਸ਼। ਤੇ ਉਹ ਕਹਿੰਦੇ ਸ਼ਹਿਰੀਏ ਪੁੱਛਣ ਲੱਗ ਪਏ, ਕਹਿੰਦੇ ਅੱਜ ਤੇ ਤੇਰੇ ਪੁੱਤਰ ਦੀ ਮੌਤ ਹੋ ਜਾਣੀ ਆ, ਇਹ ਨੀਤ ਹੋ ਚੁੱਕਾ ਆ, ਤੇ ਤੂੰ ਕੈਸੀ ਮਾਤਾ ਹੈ, ਤੂੰ ਹੱਸ ਰਹੀ ਆ, ਤੂੰ ਖੁਸ਼ ਹੋ ਰਹੀ ਆ। ਉਹ ਕਹਿੰਦੀ ਮੈਂ ਇਸ ਕਰਕੇ ਨਹੀਂ ਖੁਸ਼ ਰਹੀ ਵੀ ਮੇਰਾ ਬੇਟਾ ਜਾ ਰਿਹਾ, ਮੈਂ ਇਸ ਕਰਕੇ ਖੁਸ਼ ਹੋ ਰਹੀ ਹਾਂ ਵੀ ਭਗਵਾਨ ਵੀ ਕੋ ਮੰਗਣ ਆ ਗਿਆ। ਇਹ ਸਾਰਾ ਭਗਤ ਸਿੰਘ ਦੀ ਮਾਤਾ ਸੀ। ਮੈਂ ਆਪ ਦੇਖਿਆ ਜਦੋਂ ਉਹ ਗੱਲਾਂ ਕਰਦੇ, ਮੈਂ ਤੇ ਅੱਜ ਟੇਪ ਭੁੱਲ ਗਿਆ। ਤੁਸੀਂ ਤਾਂ ਕੋਲ ਰਹੇ ਉਹਨਾਂ ਦੇ, ਅੱਜ ਟੇਪ ਲਿਆਉਣੀ ਸੀ, ਫੋਟੋਗ੍ਰਾਫਸ ਲੈ ਕੇ ਆਉਣੀ ਸੀ, ਪਰ ਉਹ ਸਾਰਾ ਭੁੱਲ ਗਿਆ। ਮੈਂ ਟਾਈਮ ਦੀ ਬੜੀ ਪਾਬੰਦੀ ਕਰਦਾ। ਅਗਲੇ ਹਫ਼ਤੇ ਫੇਰ ਕਰ। ਇੱਕ ਨਾ ਆਪਣੇ ਕੋਲੇ ਕਾਫੀ ਸਾਰਾ ਨਾ ਇਹਨਾਂ ਤੋਂ ਹਜੇ ਆਪਾਂ ਉਹ ਗੱਲਾਂ ਪੁੱਛਣੀਆਂ ਵੀ ਭਾਈ ਰਣਜੀਤ ਸਿੰਘ ਨੇ ਨਾ ਕਿਉਂ ਕਰਤੀ ਸੀ ਵਾਲ ਕੱਟੇ ਹੋਣ ਕਰਕੇ ਭਗਤ ਸਿੰਘ ਦੀ। ਪਰ ਪ੍ਰੋਬਲਮ ਇਹ ਵੀ ਆਪਾਂ ਗੱਜਣਵਾਲਾ ਸਾਹਿਬ ਨੂੰ ਲਿਆਉਣਾ ਅੱਜ, ਲੈ ਆਉਂਦੇ ਤੁਸੀਂ 2-4 ਮਿੰਟ ਉਹਨਾਂ ਨੂੰ ਵੀ ਲੈ ਕੇ ਆਓ। ਉਹਨਾਂ ਨੇ ਵੀ ਕਹਿੰਦੇ ਸੀ ਮੈਂ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣੀ ਹੈ, ਸਾਨੂੰ ਐਸੀ ਵੀ ਹਾਜ਼ਰੀਆਂ ਉਹਨਾਂ ਦੀਆਂ ਵੀ ਲੱਗ ਜਾਣ। ਕੌਣ? ਗੱਜਣਵਾਲਾ ਸਾਹਿਬ ਹੈ ਜੀ, ਪੰਜਾਬ ਤੋਂ ਜੁੜਨਗੇ। ਅੱਛਾ ਅੱਛਾ ਅੱਛਾ। ਤੇ ਅਸੀਂ ਨਾ ਜਿਹੜਾ ਅੱਧਾ ਬਾਕੀ ਦਾ ਜਿਹੜਾ ਰਹਿੰਦਾ ਹਿੱਸਾ ਹੈ ਉਹ ਢਿੱਲੋਂ ਸਾਹਿਬ ਨੂੰ ਫੇਰ ਦੁਬਾਰਾ ਬੇਨਤੀ ਤੇ ਇੱਥੇ ਲਿਆ ਕੇ ਉਹ ਪੂਰਾ ਕਰਨਾ ਆਪਾਂ। ਹਾਂਜੀ ਢਿੱਲੋਂ ਸਾਹਿਬ ਕੋ ਤਾਂ ਭੰਡਾਰ ਇਹਨਾਂ ਜੀ ਕਮਾਲ ਕਰੀ ਜਾਂਦੇ ਤੁਸੀਂ, ਤੁਹਾਡਾ ਪਰਿਵਾਰ ਦੇਖੋ। ਹਾਂਜੀ ਤੁਹਾਡੀ ਵੀ ਬੜੀ ਇਸ ਗੱਲ 'ਚ ਮੈਂ ਸਮਝਦਾ ਹਾਂ ਵੀ ਤੁਸੀਂ ਸਾਨੂੰ ਘੱਟੋ ਘੱਟ ਲੋਕਾਂ 'ਚ ਲਿਆਉਣ ਦੀ ਜਿਹੜੀ ਐਫਰਟ ਆ ਉਹ। ਤੁਸੀਂ ਢਿੱਲੋਂ ਸਾਹਿਬ ਜਦੋਂ ਦੇਖੋ ਇਹਨਾਂ ਕੋਲੇ ਕੀ ਸੀ ਨਾ ਕਿ ਸਰਦਾਰ ਕੁਲਤਾਰ ਸਿੰਘ ਬਹੁਤ ਲੰਬਾ ਸਮਾਂ ਰਹੇ ਆ। ਕੁਲਤਾਰ ਸਿੰਘ ਜੀ ਹੋਰਾਂ ਨੂੰ ਆਪਣੇ ਛੋਟੇ ਭਰਾ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਸੀਗੀਆਂ ਸਰਦਾਰ ਭਗਤ ਸਿੰਘ ਹੋਰਾਂ ਨੇ, ਉਹ ਸਾਰਾ ਖਜ਼ਾਨਾ ਢਿੱਲੋਂ ਸਾਹਿਬ ਨੇ ਆਪ, ਕਿਉਂਕਿ ਘਰ 'ਚ ਰਹੇ। ਔਰ ਵੱਡੀ ਗੱਲ ਵੀ ਜਿਹੜੀ ਮਾਤਾ ਸੀ ਜਗਤ ਮਾਤਾ, ਜਿਹਨੂੰ ਆਪਾਂ ਕਹਿੰਦੇ ਆ ਵੀ ਹਿੰਦੁਸਤਾਨ ਮਾਤਾ, ਪੰਜਾਬ ਮਾਤਾ, ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਾਤਾ ਜੀ ਹੋਰਾਂ ਨਾਲ ਇਹਨਾਂ ਨੇ ਬਹੁਤ ਸਮਾਂ ਉਹਨਾਂ ਦੀ ਸੰਗਤ ਮਾਣੀ। ਪਰਿਵਾਰ ਦੇ ਸਭ ਤੋਂ ਚਹੇਤੇ ਜਿਹੜੇ ਸੀਗੇ ਰਿਸ਼ਤੇਦਾਰ ਸੀ ਤੇ ਸਾਰੇ ਇਹਨਾਂ ਦਾ ਬਹੁਤ ਮਾਣ ਕਰਦੇ ਸੀ। ਢਿੱਲੋਂ ਸਾਹਿਬ ਹੋਰਾਂ ਕੋਲ ਨਾ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅਸੀਂ ਘੱਟ ਤੋਂ ਘੱਟ, ਸਾਨੂੰ ਕਾਫੀ ਖੁੱਲ੍ਹਾ ਸਮਾਂ ਚਾਹੀਦਾ ਹੈ, ਉਹ ਦਰਸ਼ਕਾਂ ਤੱਕ ਅਸੀਂ ਪਹੁੰਚਾਵਾਂਗੇ। ਔਰ ਦੇਖਾਂਗੇ ਕਿ ਅੱਜ ਸਾਡੇ ਲੋਕ ਫੇਰ ਕਿਸੇ ਨਾ ਕਿਸੇ ਨਫ਼ਰਤ ਵੱਲ ਜਦੋਂ ਵੱਧ ਰਿਹਾ ਤਾਂ ਭਗਤ ਸਿੰਘ ਫੇਰ ਯਾਦ ਆਉਂਦਾ ਹੈ। ਭਗਤ ਸਿੰਘ ਸਾਨੂੰ
ਉਦੋਂ ਹੀ ਯਾਦ ਆਊਗਾ ਜਦੋਂ ਸਮਾਜ ਕਿਸੇ ਨਾ ਕਿਸੇ ਗੱਲ ਦਾ ਵਿਕਟਮ ਬਣੂਗਾ। ਤੇ ਦੇਖੋ ਜੀ, ਮੈਂ ਤੇ ਇਸ ਗੱਲ ਕਰਕੇ ਮੈਂ ਕਈ ਵਾਰੀ ਇਹ ਸੋਚਦਾ ਨਾ ਵੀ ਆਮ ਲੋਕ ਹੁੰਦੇ ਆ ਰਾਜ ਪਲਟਾਊ ਉਹਨਾਂ ਨੂੰ ਕਹਿ ਦਿੰਦੇ ਆ ਜੀ। ਪਾਰਟੀਆਂ ਹੁੰਦੀਆਂ, ਇੱਕ ਪਾਰਟੀ ਆ ਗਈ ਉਹਨੇ ਦੂਜੀ ਪਾਰਟੀ ਨੂੰ ਡਿਫੀਟ ਕਰਤਾ, ਦੂਜੀ ਨੇ ਤੀਜੀ ਨੂੰ ਕਰਤਾ, ਉਹ ਰਾਜ ਪਲਟਾਊ ਹੁੰਦੇ ਆ। ਰਾਜ ਪਲਟਾਊ ਜੀ, ਤੇ ਸਰਦਾਰ ਭਗਤ ਸਿੰਘ ਯੁੱਗ ਪਲਟਾਊ ਬੰਦਾ ਸੀ, ਯੁੱਗ ਪਲਟਾਊ ਬੰਦਾ ਸੀ। ਉਹਨਾਂ ਨੇ ਯੁੱਗ ਪਲਟਾਤਾ ਔਰ ਇਹ ਯੁੱਗ ਗਾਹ ਨੂੰ ਵੀ ਪਲਟੇਗਾ। ਉਹ ਇਸੇ ਕਰਕੇ ਉਹਨਾਂ ਨੇ ਕਿਸੇ ਸ਼ਾਇਰ ਨੇ ਲਿਖਿਆ ਆ भी उकाबी रूह जब बेदार होती है नौजवानों में, उकाब ਹੁੰਦਾ ਆ ਬਾਲ ਜੀ। बेदार ਦਾ ਮਤਲਬ ਜਦੋਂ ਵਿੱਚ ਪੈਂਦੀ ਆ। उकाबी रूह जब बेदार होती है नौजवानों में नजर आती है उनको अपनी मंजिल आसमानों में। ਗੱਜਣਵਾਲਾ ਸਾਹਿਬ, ਅਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਉੱਪਰ ਅੱਜ ਗੱਲਬਾਤ ਕੀਤੀ ਹੈ, ਅਧੂਰੀ ਹੈ। ਅਸੀਂ ਬੇਨਤੀ ਕਰਾਂਗੇ ਢਿੱਲੋਂ ਸਾਹਿਬ ਨੂੰ ਦੁਬਾਰਾ ਆਉਣ। ਤੇ ਤੁਸੀਂ ਸ਼ਹੀਦੇ ਆਜ਼ਮ ਦੀ ਸ਼ਰਧਾ ਦੇ ਵਿੱਚ ਪੰਜਾਬ 'ਚ ਅੱਜ ਕਿੱਥੇ ਖੜਾ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੱਜਣਾ ਸਾਹਿਬ, ਸਭ ਤੋਂ ਪਹਿਲਾਂ ਸਾਂਝਾ ਪੰਜਾਬ TV ਟੋਰਾਂਟੋ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਇਸ ਟਾਈਮ ਅਮਰਤ ਢਿੱਲੋਂ ਹੁਣੀ ਸਟੂਡੀਓ ਵਿੱਚ ਹਾਜ਼ਰ ਨੇ। ਮੈਂ ਬੌਬ ਦਸਾਂਝ ਤੇ ਸੁਰਜੀਤ ਸਿੰਘ ਝਵੇਲ ਵਾਲੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਟੋਰਾਂਟੋ ਦੇ ਵਿੱਚ ਗੱਲਬਾਤ ਕਰਨ ਲਈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਦਸਾਂਝ ਸਾਹਿਬ ਜੀ, ਝਵੇਲ ਵਾਲੀ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸਰਦਾਰ ਭਗਤ ਸਿੰਘ ਜੀ ਉੱਪਰ ਗੱਲ ਹੋ ਰਹੀ ਹੈ ਤੇ ਮੈਂ ਵੀ 2-4 ਮਿੰਟ ਤੁਹਾਡੇ ਕੋਲੋਂ ਲੈ ਕੇ ਗੱਲ ਕਰਾਂਗਾ ਵੀ ਜਿਹੜਾ ਸਰਦਾਰ ਭਗਤ ਸਿੰਘ ਹਥਿਆਰਾਂ ਦਾ ਨਹੀਂ ਵਿਚਾਰਾਂ ਦਾ ਪ੍ਰਤੀਕ ਸੀਗਾ। ਕੀ ਬਾਤ ਹੈ। ਉਸ ਦੇ ਜੀਵਨ ਕਾਲ ਵਿੱਚ ਜਿਵੇਂ ਝਵੇਲ ਵਾਲੀ ਜੀ ਨੇ ਕਿਹਾ ਵੀ 3 ਵੱਡੀਆਂ ਘਟਨਾਵਾਂ ਵਾਪਰੀਆਂ, ਪਰ ਉਸ ਦਾ ਪਰਸਨਲ ਤੌਰ ਤੇ ਵਾਇਲੈਂਟ ਹੋਣ ਦਾ ਇਰਾਦਾ ਕਿਧਰੇ ਵੀ ਜ਼ਾਹਰ ਨਹੀਂ ਹੁੰਦਾ ਦਿਖਦਾ। ਭਗਤ ਸਿੰਘ ਸੱਚੇ ਦਿਲੋਂ ਇਨਕਲਾਬੀ ਸੀ, ਕ੍ਰਾਂਤੀਕਾਰੀ ਸੀ। ਉਸ ਦੀ ਲੜਾਈ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਾਮਰਾਜ ਦੇ ਵਿਰੁੱਧ ਸੀ। ਜੀ ਜੀ। ਉਸ ਦੀ ਵਿਚਾਰਧਾਰਾ ਸਭ ਜਾਤਾਂ ਪਾਤਾਂ, ਰੰਗਾਂ, ਨਸਲਾਂ, ਵਰਗਾਂ, ਸਮੁਦਾਇਆਂ ਤੋਂ ਉੱਪਰ ਉੱਠ ਕੇ ਸੈਕੂਲਰ ਅਪਰੋਚ ਨਾਲ ਜਾ ਜੁੜਦੀ ਦਿਖਦੀ ਸੀ। ਭਗਤ ਸਿੰਘ ਇੱਕ ਮੌਲਿਕ ਚਿੰਤਕ ਸੀਗਾ। ਉਸਨੇ ਸਿਆਸੀ, ਸਮਾਜੀ, ਸੱਭਿਆਚਾਰਕ ਵਰਤਾਰਿਆਂ ਨੂੰ ਤਰਕ ਦੇ ਪੱਧਰ ਤੇ ਘੋਖਿਆ ਸੀਗਾ ਜੀ। ਭਗਤ ਸਿੰਘ ਦੀ ਛੋਟੀ ਉਮਰ ਵਿੱਚ ਫੈਲੀ ਪ੍ਰਸਿੱਧੀ ਬਾਰੇ ਸੁਣਨ ਵਾਲੀ ਗੱਲ ਆ ਜੀ। ਹਾਂਜੀ। ਭਗਤ ਸਿੰਘ ਦੀ ਛੋਟੀ ਉਮਰ ਵਿੱਚ ਫੈਲੀ ਪ੍ਰਸਿੱਧੀ ਬਾਰੇ ਸੁਭਾਸ਼ ਚੰਦਰ ਬੋਸ ਨੇ ਭਗਤ ਸਿੰਘ ਨੂੰ ਨੌਜਵਾਨਾਂ ਵਿੱਚ ਨਵੇਂ ਜਾਗਰਣ ਦਾ ਨਾਂ ਦਿੱਤਾ। ਵਾਹ ਜੀ। ਨਹਿਰੂ ਨੇ ਕਿਹਾ ਸੀਗਾ ਉਹਦੀ ਪ੍ਰਸਿੱਧੀ ਬਾਰੇ ਵੀ ਭਗਤ ਸਿੰਘ ਇੱਕ ਚੰਗਿਆੜੀ ਰੂਪ ਸੀਗਾ ਜੋ ਥੋੜੇ ਸਮੇਂ ਵਿੱਚ ਜਵਾਲਾ ਬਣ ਗਿਆ। ਉਸਨੇ ਦਿਨਾਂ ਵਿੱਚ ਹੀ ਦੇਸ਼ ਦੇ ਕੋਨੇ-ਕੋਨੇ ਚੋਂ ਗੁਲਾਮੀ ਦਾ ਹਨੇਰਾ ਦੂਰ ਕਰ ਦਿੱਤਾ। ਦਸਾਂਝ ਸਾਹਿਬ ਜੀ ਜੀ। ਉਸ ਵੇਲੇ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਹੌਰਿਸ ਵਿਲੀਅਮ ਸੀਗਾ ਜਿਸ ਨੇ ਫਾਂਸੀ ਦਿੱਤੀ ਸੀਗੀ। ਉਹ ਭਗਤ ਸਿੰਘ ਨੂੰ ਫਾਂਸੀ ਤੋਂ 4 ਸਾਲ ਬਾਅਦ ਲਿਖਦਾ ਉਹ ਵੀ ਭਗਤ ਸਿੰਘ ਦੀ ਫੋਟੋ ਦੇਸ਼ਾਂ ਦੇ ਹਰ ਸ਼ਹਿਰ ਵਿੱਚ, ਹਿੰਦੁਸਤਾਨ ਦੇ ਹਰ ਸ਼ਹਿਰ, ਹਰ ਬਸਤੀ ਵਿੱਚ ਧੜਾਧੜ ਵੇਖ ਰਹੀ ਸੀ। ਉਹ ਲਿਖਦਾ ਵੀ ਕੁਝ ਸਮੇਂ ਲਈ ਤਾਂ ਉਸ ਦੀ ਪ੍ਰਸਿੱਧੀ ਗਾਂਧੀ ਦੇ ਬਰਾਬਰ ਚਲੀ ਗਈ ਸੀਗੀ। ਜੀ ਜੀ। ਪੀਰ ਵਾਲੇ ਸਾਹਿਬ ਪਾਕਿਸਤਾਨ ਦਾ ਇੱਕ ਪ੍ਰਸਿੱਧ TV ਹੋਸਟ ਹੈ ਆਫਤਾਬ ਇਕਬਾਲ। ਉਹ ਲਿਖਦਾ ਹੈ, ਉਹ ਕਿਸੇ ਨੇ ਮਾਰਟਨ ਲੂਥਰ ਦੀ ਗੱਲ ਕੀਤੀ। ਉਹ ਕਹਿੰਦਾ ਵੀ ਜੇ ਸਾਡੇ ਕੋਲ ਵੀ ਇੱਕ ਮਾਰਟਨ ਲੂਥਰ ਹੈ, ਉਹ ਹੈਗਾ ਭਗਤ ਸਿੰਘ। ਦੇਖੋ ਪਾਕਿਸਤਾਨ ਤੇ ਹਿੰਦੁਸਤਾਨ ਦੋਨਾਂ ਵਿੱਚ ਹੀ ਉਹ ਸਾਡਾ ਦੋਨਾਂ ਦੇ ਹੀਰੋ ਸਾਬਤ ਹੋਇਆ ਹੈਗਾ ਜੀ। ਇਹ ਅਤਕਥਨੀ ਨਹੀਂ ਹੋਊਗੀ ਕਿ ਸਰਦਾਰ ਭਗਤ ਸਿੰਘ ਉੱਪਰ ਜਿੰਨੀਆਂ ਵੀ ਫਿਲਮਾਂ ਬਣੀਆਂ 1954 ਤੋਂ ਲੈ ਕੇ ਹੁਣ ਤੱਕ, ਇਹ ਮਾਣ ਸਿਰਫ ਸਰਦਾਰ ਭਗਤ ਸਿੰਘ ਨੂੰ ਹੋ ਸਕਿਆ ਹਾਸਲ। ਹੋਰ ਕਿਸੇ ਆਜ਼ਾਦੀ ਘੁਲਾਟੀਏ ਜਾਂ ਹੋਰ ਸ਼ਹੀਦ ਨੂੰ ਇੰਨਾ ਮਾਣ ਨਹੀਂ ਮਿਲਿਆਗਾ। ਭਗਤ ਸਿੰਘ ਉੱਪਰ ਜਿੰਨੇ ਵੀ ਹਿੰਦੀ, ਪੰਜਾਬੀ ਜਾਂ ਹੋਰ ਗੀਤ ਲਿਖੇ ਗਏ ਆ, ਉਹਨਾਂ ਚੋਂ ਬਹੁਤੇ ਤਾਂ ਲੋਕ ਗੀਤ ਬਣ ਗਏ ਆ, ਜਿਵੇਂ ਰੰਗ ਦੇ ਬਸੰਤੀ ਝੋਲਾ। ਕਦੇ ਕਦੇ ਲੱਗਦਾ ਦਸਾਂਝ ਸਾਹਿਬ ਜੀ, ਝਵੇਲ ਵਾਲੀਆ ਸਾਹਿਬ ਜੀ, ਢਿੱਲੋਂ ਸਾਹਿਬ ਜੀ, ਅੱਜ ਵੀ ਜਿਹੜੀ ਪਰ ਕਿਤੇ ਕਿਤੇ ਲੱਗਦਾ ਵੀ ਜਿਹੜੀ ਸਾਡੀ ਫਿਲਮ ਦੁਨੀਆ ਨਾ ਅਤੇ ਸਾਡੇ ਗਾਇਕ ਤੇ ਗੀਤਕਾਰ ਹੈ, ਇਹਨਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਵਿਪਰੀਤ, ਉਲਟ ਉਸ ਨੂੰ ਪਿਸਤੌਲਾਂ ਵਾਲਾ, ਮਸਲਮਾਨ, ਹਥਿਆਰਾਂ ਵਾਲਾ ਵਿਖਾ ਕੇ ਜੋ ਉਸ ਦੀ ਪਰਸਨੈਲਿਟੀ ਨੂੰ ਜਿਵੇਂ ਪ੍ਰਚੰਡ ਕੀਤਾ ਨਾ,
ਉਹ ਚੰਗਾ ਨਹੀਂ ਕੀਤਾ, ਵਾਜਬ ਨਹੀਂ ਲੱਗਦਾ। ਪਰ ਫਿਰ ਵੀ ਭਗਤ ਸਿੰਘ ਦੇ ਵਿਅਕਤਿਤਵ ਤੋਂ, ਉਹਦੀ ਪਰਸਨੈਲਿਟੀ ਤੋਂ ਸਾਡੇ ਨੌਜਵਾਨਾਂ ਨੂੰ ਇੱਕ ਬਹੁਤ ਹੀ ਰਿਚ ਵਿਰਾਸਤ ਮਿਲੀ ਹੈ। ਜਿਵੇਂ ਪੀਲਾ ਰੰਗ, ਬਸੰਤੀ ਰੰਗ ਮਿਲਿਆ, ਭਗਤ ਸਿੰਘ ਦਾ ਹੈਟ ਮਿਲਿਆ, ਮੁੱਛਾਂ ਮਿਲੀਆਂ, ਤੇ ਭਗਤ ਸਿੰਘ ਦਾ ਜਿਹੜਾ ਸਟਾਈਲ ਸਾਡੇ ਨੌਜਵਾਨਾਂ ਨੇ ਇੱਕ ਵਾਰੀ ਧਾਰਨ ਕੀਤਾ ਸੀ, ਉਹ ਉਹਨਾਂ ਨੂੰ ਚੰਗਾ ਲੱਗਾ, ਜਿਹੜਾ ਕਿ ਸਾਡੇ ਵਿਰਾਸਤ ਦਾ ਹਿੱਸਾ ਬਣ ਗਿਆ। ਇਹ ਭਗਤ ਸਿੰਘ ਦੀ ਬਹੁਤ ਵੱਡੀ ਦੇਣ ਹੈ। ਗਜਨ ਸਿੰਘ ਨੂੰ ਮੈਂ ਵੀ ਕੁਝ ਕਹਿ ਸਕਦਾ? ਹਾਂਜੀ ਗਜਨ ਸਿੰਘ ਜੀ, ਮੈਂ ਅੰਮ੍ਰਿਤ, ਮੈਂ ਤੇ ਇਹ ਵੀ ਕਹੂੰਗਾ ਜਿੱਦਾਂ ਤੁਸੀਂ ਅੱਜ ਜਜ਼ਬਾਤੀ ਗੱਲਾਂ ਬਹੁਤ ਅੱਛੀਆਂ ਕੀਤੀਆਂ ਆ, ਮੈਂ ਤੇ ਇਹ ਵੀ ਕਹੂੰਗਾ ਬਈ ਸਰਦਾਰ ਭਗਤ ਸਿੰਘ ਚੁਰਸਤਿਆਂ 'ਚ ਖੜਾ ਆ। ਅਸੀਂ ਸਾਰੇ ਹੀ ਘਰ ਦੀਆਂ ਚਾਰ ਦੀਵਾਰੀਆਂ ਦੇ ਭੋਗੀ ਹਾਂ। ਭਗਤ ਸਿੰਘ ਇਕੱਲਾ ਹੀ ਬਾਹਰ ਚੁਰਸਤੇ 'ਚ ਖੜਾ ਹੈ, ਸ਼ਾਇਦ ਸਾਨੂੰ ਤੁਹਾਨੂੰ ਉਡੀਕ ਰਿਹਾ ਹੈ। ਵਾਹ ਜੀ ਵਾਹ, ਬਿਲਕੁਲ ਠੀਕ ਹੈ ਜੀ। ਬਹੁਤ ਭਗਤ ਸਿੰਘ ਦਾ ਰੋਲ ਭੁਲਾਇਆ ਨਹੀਂ ਜਾ ਸਕਦਾ, ਉਹਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਭਗਤ ਸਿੰਘ ਹਮੇਸ਼ਾ ਹੀ ਜੀਵਤ ਰਹੂ, ਜਿਉਂਦਾ ਜਾਗਦਾ ਦਿਸੂਗਾ। ਤੇ ਆਪਣਾ ਜਿਹੜਾ ਸਮਾਂ ਮੇਰੇ ਖਿਆਲ 'ਚ ਬਹੁਤ ਜੀ ਸਮਾਪਤੀ ਵੱਲ ਹੈ, ਤੇ ਆਪਾਂ ਗੱਜਣਵਾਲਾ ਸਾਹਿਬ ਕਿਸੇ ਦਿਨ ਨਾ ਫੇਰ ਦੁਬਾਰਾ, ਕਿਉਂਕਿ ਭਗਤ ਸਿੰਘ ਤੇ ਜਿਹੜੀ ਅੱਜ ਗੱਲ ਹੋਈ ਹੈ ਨਾ, ਮੈਨੂੰ ਵੀ ਫੀਲ ਹੁੰਦਾ ਕਿ ਬਹੁਤ ਥੋੜੀ ਹੋਈ ਹੈ, ਬਹੁਤ ਵੱਡੇ ਲੈਵਲ ਤੇ ਹਜੇ ਹੋਰ ਟਾਕ ਹੋ ਸਕਦੀ ਹੈ ਜੀ, ਅੱਜ ਦੇ ਸੰਦਰਭ ਵਿੱਚ ਟਾਕ ਹੋ ਸਕਦੀ ਹੈ। ਸਮਾਂ ਮਿਲਿਆ ਤਾਂ ਜ਼ਰੂਰ ਇਹ ਆਪਾਂ ਅੱਗੇ ਗੱਲ ਤੋਰਾਂਗੇ। ਤੇ ਤੁਹਾਡਾ ਤੁਸੀਂ ਉੱਥੋਂ ਸਪੈਸ਼ਲ ਪ੍ਰੋਗਰਾਮ ਤਿਆਰ ਕੀਤਾ, ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਅੱਛਾ ਲੱਗਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸੁਰਜੀਤ ਸਿੰਘ ਜੀ, ਆਪਣੇ ਕੋਲ 2-3 ਮਿੰਟ ਹੋਰ ਹੈਗੇ ਆ, ਪਰ ਫਿਰ ਵੀ ਮੇਰਾ ਜੀ ਕਰਦਾ ਕੁਛ ਨਾ ਕੁਛ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਕੀ ਸੁਨੇਹਾ ਹੈ ਅੱਜ ਦੇ ਸਮਾਜ ਨੂੰ ਭਗਤ ਸਿੰਘ ਦਾ? ਕਿਉਂਕਿ ਅੱਜ ਦੇ ਸਮਾਜ ਨੂੰ ਤਾਂ ਇਹੋ ਹੀ ਸੁਨੇਹਾ ਵੀ ਮੈਨੂੰ ਲੱਗਦਾ ਵੀ ਜਿਹੜੀ ਉਹ ਕਿਤਾਬ ਪੜ੍ਹ ਰਹੇ ਸੀ, ਅਖੀਰ 'ਚ ਉਹਨਾਂ ਨੇ ਸਫਾ ਵੀ ਮੋੜ ਲਿਆ ਮੋੜ ਸੀਗਾ। ਦਿੱਤਾ ਸਫਾ ਜੀ। ਤੇ ਸਾਨੂੰ ਲੱਗਦਾ ਵੀ ਸਿਵਾਏ ਇਸ ਗੱਲ ਤੋਂ ਵੀ ਉਹਨਾਂ ਨੂੰ ਚੇਤੇ ਕਰੀ ਜਾਈਏ, ਉਹਨਾਂ ਦੀ ਇਸ ਸੋਚ ਨੂੰ ਗਾਂਹ ਹੋਰ ਵਧਾਈਏ ਔਰ ਉਹਨਾਂ ਦੀ ਰਾਹ ਤੇ ਚੱਲੀਏ। ਇੱਕ ਗੱਲ ਜ਼ਰੂਰ ਹੈ, ਅਸੀਂ ਤੁਹਾਡੇ ਤੋਂ ਪੁੱਛਾਂਗੇ ਕਿ ਜਿਹੜੇ ਹੁੰਦੇ ਨਾ ਭਾਈਚਾਰਿਆਂ ਨੂੰ, ਮਨੁੱਖਤਾ ਨੂੰ ਤੋੜਨ ਵਾਲੇ ਕਈ ਲੋਕ ਪੈਦਾ ਹੋ ਜਾਂਦੇ ਸੋਸਾਇਟੀ 'ਚ। ਸਰਦਾਰ ਭਗਤ ਸਿੰਘ ਢਾਲ ਸੀ ਉਹਨਾਂ ਦੀ। ਤੇ ਅੱਜ ਸਾਡੀ ਜਿਹੜੀ ਪ੍ਰਵਾਸੀ ਸੋਸਾਇਟੀ ਹੈ ਨਾ, ਖਾਸ ਤੌਰ ਤੇ ਅੰਟਾਰੀਓ ਦੀ, ਇਹਦੇ 'ਚ ਵੀ ਕੁਝ ਇਸ ਤਰ੍ਹਾਂ ਆਇਆ ਵੀ ਕਹਿੰਦੇ ਹੁੰਦੇ ਵੀ ਅੱਗਾ ਲਾਉਣ ਵਾਲੇ ਤਾਂ ਤੀਲੀਆਂ ਚੱਕੀ ਫਿਰਦੇ ਆ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਹਮੇਸ਼ਾ ਹੀ ਹੋਇਆ। ਤੁਸੀਂ ਭਾਵੇਂ ਬਾਬੇ ਨਾਨਕ ਦੇ ਟਾਈਮ ਦੇਖ ਲਓ, ਭਾਵੇਂ ਗੁਰੂ ਤੇਗ ਬਹਾਦਰ ਦੇ ਦੇਖ ਲਓ, ਬਾਬੇ ਬਕਾਲੇ 22 ਮੰਜੀਆਂ ਡਾਲੀਆਂ ਸੀਗੀਆਂ। ਇਹ ਤੇ ਰਹਿਣੀ ਆ। ਇਹ ਜਿਹੜੀ ਸਾਡੀ, ਮੈਨੂੰ ਇੱਕ ਗੱਲ ਯਾਦ ਆ ਗਈ। ਬਾਬਰ ਨੇ ਜਦੋਂ ਹਿੰਦੁਸਤਾਨ 'ਤੇ ਹਮਲਾ ਕੀਤਾ ਨਾ, ਤੇ ਪਾਣੀਪਤ ਦੇ ਮੈਦਾਨ 'ਚ ਜਦੋਂ ਗਿਆ, ਤੇ ਉੱਧਰੋਂ ਮੂਹਰਿਓਂ 1 ਲੱਖ ਦੀ ਫੌਜ ਸੀ, ਤੇ 1 ਲੱਖ ਦੀ ਫੌਜ ਦੇਖ ਕੇ ਉਹਦੇ ਕੋਲ ਸੀਗੇ 10,000 ਬੰਦੇ, ਤੇ ਦੋਨੋਂ ਠਠੰਬਰ ਗਏ। ਉਹਨਾਂ ਨੂੰ 5-7 ਦਿਨ ਲੱਗੇ ਇੱਕ ਦੂਜੇ ਦੀ ਸਟ੍ਰੈਟਜੀ ਦੇਖਣ ਨੂੰ, ਕਿੱਦਾਂ ਹਮਲਾ ਕਰੀਏ, ਕਿਉਂ। ਤੇ ਇੱਕ ਦਿਨ ਇੱਕ ਦੂਜੇ ਦੇ ਸੂਈਏ ਭੇਜਦੇ ਸੀਗੇ। ਇੱਕ ਦਿਨ ਬਾਬਰ ਨੇ ਆਪਣੇ ਸੂਈਆਂ ਨੂੰ ਕਿਹਾ, ਕਹਿੰਦੇ ਤੁਸੀਂ ਇਹ ਪਤਾ ਕਰੋ ਵੀ ਸ਼ਾਮ ਨੂੰ ਜਦੋਂ ਮੈਂ ਦੇਖਦਾ ਉਹਨਾਂ ਦੇ ਕਾਫੀ ਲੰਬੇ ਚੌੜੇ ਏਰੀਏ 'ਚ ਫੌਜ ਹੈਗੀ ਆ, ਪਰ ਉਹਨਾਂ ਦੇ ਧੂਏ 7 ਥਾਵਾਂ ਤੋਂ ਨਿਕਲਦੇ ਆ, ਡਿਫਰੈਂਟ ਥਾਵਾਂ ਤੋਂ। ਉਹਨਾਂ ਨੂੰ ਪਤਾ ਕਰਕੇ ਆਇਆ, ਤੇ ਉਹ ਕਹਿੰਦੇ ਇਹ ਲੋਕ 1 ਲੱਖ ਤੇ ਹੈਗੇ ਆ, ਪਰ ਇਕੱਠੇ ਬਹਿ ਕੇ ਖਾ ਨਹੀਂ ਸਕਦੇ। ਤੇ ਉਹ ਕਹੇ ਉਸੇ ਵੇਲੇ ਬੜਾ ਖੁਸ਼ ਹੋਇਆ, ਕਹਿੰਦਾ ਮੈਂ ਹੁਣ ਇਹਨਾਂ ਨੂੰ ਨਹੀਂ ਛੱਡਦਾ, ਮੈਂ ਮਾਰੂ ਇਕੱਲੇ ਨੂੰ। ਇਹ ਸਾਡੀ ਇੱਕ ਹਿੰਦੁਸਤਾਨ ਦੀ ਗੁਲਾਮ ਹੋਣ ਦੀ ਇੱਕ ਸਭ ਤੋਂ ਵੱਡੀ ਜਿਹੜੀ ਇਹ ਕਾਰਨ ਇਹ ਵੀ ਹੈ, ਡਰਾਬੈਕ ਹੈ, ਇਹ ਆ ਵੀ ਅਸੀਂ ਕੱਲੇ ਆ, ਖੰਡ ਵਿੱਚ ਵੰਡੇ ਹੋਏ। ਜੈਪੁਰ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਅੰਮ੍ਰਿਤ ਢਿੱਲੋਂ ਹੋਣਾ ਦੇ ਨਾਲ ਸੁਰਜੀਤ ਸਿੰਘ ਝਵੇਲ ਵਾਲੀ, ਜੋ ਕਿ ਅਸੀਂ ਇਸ ਗੱਲਬਾਤ ਨੂੰ ਕੋਸ਼ਿਸ਼ ਕਰਾਂਗੇ ਅਗਲੇ ਐਤਵਾਰ ਨੂੰ ਫਿਰ ਇਸੇ ਤਰ੍ਹਾਂ ਕੰਟੀਨਿਊ ਰੱਖੀ ਅੱਜ ਦਾ ਪ੍ਰੋਗਰਾਮ ਦੇਖਣ ਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਿੱਲੋਂ ਸਾਹਿਬ ਤੇ ਸੁਰਜੀਤ ਸਿੰਘ ਦੀ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਥੈਂਕ ਯੂ ਜੀ ਬਾਬੂ ਜੀ, ਤੁਹਾਡਾ ਵੀ ਸਾਰਿਆਂ ਨੂੰ ਥੈਂਕ ਯੂ। ਅੱਜ ਦਾ ਪ੍ਰੋਗਰਾਮ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋ ਤਾਂ 4164197777 416 419 7777। ਆਪਣਾ ਧਿਆਨ ਰੱਖੋ, ਦੂਜਿਆਂ ਦਾ ਧਿਆਨ ਰੱਖੋ। ਥੈਂਕ ਯੂ ਸੋ ਮਚ ਸਾਰਿਆਂ ਨੂੰ।